ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਹੈ ਉਹ ਇਹ ਹੈ ਕਿ ਜੋ ਪਿਛਲੇ ਸਮੇਂ ਦੌਰਾਨ ਟਰਾਂਸਪੋਰਟ ਮਾਫੀਆ ਜਿਹਨੂੰ ਕਿਹਾ ਜਾਂਦਾ ਸੀ ਪੂਰੇ ਕਰਕੇ ਜਿਹੜਾ ਟਰਾਂਸਪੋਰਟ ਦਾ ਸਾਡੇ ਮਹਿਕਮੇ ਦਾ ਨੁਕਸਾਨ ਹੋਇਆ ਹੈ ਉਹਦੇ ਕੀ ਕਾਰਨ ਸਨ, ਉਹ ਕਿਉਂ ਹੋਇਆ, ਤੇ ਅੱਜ ਦੀ ਜਿਹੜੀ ਸਾਡਾ ਜਿਹੜਾ ਰੈਵਨਿਊ ਚ ਜਿਹੜਾ ਵਾਧਾ ਹੋਇਆ ਹੁਣ ਤੱਕ ਇਹ ਮਹੀਨੇ ਦੇ ਅੰਦਰ ਅੰਦਰ, ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਣ ਵਾਸਤੇ ਇੱਥੇ ਸੱਦਿਆ ਹੈ। ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਨਾਮ ਠੀਕ ਸੁਣਿਆ ਹੋਣਾ ਹੈ। ਅਹਿਮਦ ਸ਼ਾਹ ਅਬਦਾਲੀ ਦਾ ਨਾਮ ਸੁਣਿਆ ਹੋਣਾ ਹੈ ਸਾਰਿਆਂ ਨੇ, ਜਿਨ੍ਹਾਂ ਨੇ ਪੰਜਾਬ ਨੂੰ 7 ਵਾਰ ਲੁੱਟਿਆ। ਲੇਕਿਨ ਮੈਨੂੰ ਲੱਗਦਾ ਹੈ ਕਿ ਅੱਜ ਜੇ ਅਹਿਮਦ ਸ਼ਾਹ ਅਬਦਾਲੀ ਜਿੰਦਾ ਹੁੰਦੇ ਤਾਂ ਉਹਨੂੰ ਵੀ ਜਿਹੜੀ ਲੁੱਟ ਹੈ ਮਾਫੀਆ ਦੇ ਵਿੱਚ ਹੋਈ, ਟਰਾਂਸਪੋਰਟ ਮਾਫੀਆ, ਕਿਤੇ ਨਾ ਕਿਤੇ ਉਹਨਾਂ ਨੇ ਵੀ ਸ਼ਰਮ ਮਹਿਸੂਸ ਕਰਨੀ ਸੀ ਕਿ ਇਹ ਤਾਂ ਮੇਰੀ ਤਾਂ ਕੋਈ ਲੁੱਟ ਹੀ ਨਹੀਂ ਹੈ, ਜੋ ਮੇਰੇ ਤੋਂ ਵੀ ਵੱਡੇ ਇਹਨਾਂ ਅਹਿਲਕਾਰਾਂ ਨੇ, ਔਰ ਖਾਸ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਲੁੱਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿ ਉਹ ਕਦੇ ਸੋਮਨਾਥ ਮੰਦਿਰ ਲੁੱਟਦਾ ਸੀ, ਕਦੇ ਪੰਜਾਬ ਲੁੱਟਦਾ ਸੀ, ਕਦੇ ਕੁਛ ਲੁੱਟਦਾ ਸੀ। ਲੇਕਿਨ ਜਿਨ੍ਹਾਂ ਲੋਕਾਂ ਨੂੰ ਪੰਜਾਬ ਦਾ ਰਖਵਾਲਾ ਬਣਾ ਕੇ ਭੇਜਿਆ ਗਿਆ, ਪੰਜਾਬ ਦੇ ਰਾਖੇ ਬਣਾ ਕੇ ਭੇਜਿਆ ਗਿਆ, ਜਿਨ੍ਹਾਂ ਨੇ ਨਾਰਾ ਲਾਇਆ ਸੀ ਰਾਜਨੀਤੀ ਸੇਵਾ ਦਾ, ਉਹਨਾਂ ਨੇ ਪੰਜਾਬ ਨੂੰ ਅਬਦਾਲੀ ਤੋਂ ਵੱਧ ਵੀ ਲੁੱਟਿਆ। ਇਹਦੇ ਮੈਂ ਤੁਹਾਨੂੰ ਅੱਜ ਅੰਕੜੇ ਤੁਹਾਨੂੰ ਪੇਸ਼ ਕਰਨਾ ਚਾਹੁੰਦਾ ਹਾਂ। ਤੇ ਹੋ ਸਕਦਾ ਹੈ ਅਹਿਮਦ ਸ਼ਾਹ ਅਬਦਾਲੀ ਇਹ ਮਹਿਸੂਸ ਕਰਦਾ ਹੋਵੇ, ਜੇ ਕਿਤੇ ਕੋਈ ਉਹਨਾਂ ਦੀ ਰੂਹ ਭਟਕਦੀ ਹੋਵੇ, ਕਿ ਮੈਨੂੰ ਤਾਂ ਪੰਜਾਬ ਆਉਣਾ ਹੀ ਨਹੀਂ ਚਾਹੀਦਾ ਸੀ, ਉੱਥੇ ਤਾਂ ਮੇਰੇ ਤੋਂ ਵੱਡੇ ਅਬਦਾਲੀ ਬੈਠੇ ਹੈ ਜੀ। ਸੋ ਅੱਜ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਕਤੂਬਰ ਮਹੀਨੇ ਦੇ ਵਿੱਚ ਅਸੀਂ 304 ਬੱਸਾਂ ਇਲੀਗਲ ਇੰਪਾਊਂਡ ਕੀਤੀਆਂ, ਜਿਹੜੀਆਂ ਸਮ ਆਫ ਦਾ ਬੱਸਸ ਵਿਦਆਊਟ ਟੈਕਸਸ, ਵਿਦਆਊਟ ਪਰਮਿਟਸ ਤੇ ਅਦਰ ਜਿਹੜੀਆਂ ਹੋਰ ਉਹਨਾਂ ਚ ਤਰੁੱਟੀਆਂ ਸਨ। 68 ਬੱਸਾਂ ਦੇ ਚਲਾਨ ਕੀਤੇ ਗਏ ਤੇ ਇਹਦਾ ਅਸਰ ਕੀ ਹੋਇਆ ਕਿ 7 ਕਰੋੜ ਰੁਪਇਆ ਸਾਨੂੰ ਰੈਵਨਿਊ ਟੈਕਸ ਕਲੈਕਸ਼ਨ ਦੇ ਵੱਲੋਂ ਆਇਆ। ਲੇਕਿਨ ਹਜੇ ਕਾਫੀ ਬਕਾਇਆ ਬਾਕੀ ਹੈ, ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਇੱਕ ਮਹੀਨੇ ਦੇ ਵਿੱਚ ਜਿਹੜਾ ਟੈਕਸ ਕਲੈਕਸ਼ਨ ਹੋਈ ਹੈ, ਜਿਹੜੀਆਂ ਟੈਕਸ ਡਿਫਾਲਟਰ ਬੱਸਾਂ ਸੀਗੀਆਂ, ਉਹਨਾਂ ਤੋਂ ਸਾਨੂੰ 7 ਕਰੋੜ ਰੁਪਇਆ ਆ ਚੁੱਕਿਆ ਹੈ ਜੀ। ਲੇਕਿਨ ਹੋਰ ਵੀ ਕਾਫੀ ਐਸੇ ਡਿਫਾਲਟਰਸ ਹੈਗੇ ਨੇ ਜਿਨ੍ਹਾਂ ਤੋਂ ਪੈਸਾ ਆਉਣਾ ਬਾਕੀ ਹੈ, ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਆਇਆ ਹੈ। ਇਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਪਨਬਸ ਤੇ ਪੀਆਰਟੀਸੀ ਦੀ, ਤਾਂ ਜਿਹੜਾ ਸਤੰਬਰ ਮਹੀਨਾ ਸੀਗਾ ਉਹਦੇ ਵਿੱਚ ਪੀਆਰਟੀਸੀ ਦੀ ਕਮਾਈ ਸਾਡੀ 39 ਕਰੋੜ ਰੁਪਇਆ ਮਹੀਨੇ ਦੀ ਸੀ। ਕਲੈਕਸ਼ਨ, ਨਾਟ ਕਮਾਈ, ਕਲੈਕਸ਼ਨ 39 CR, ਤੇ ਪੰਜਾਬ ਰੋਡਵੇਜ਼ ਦੀ ਸੀ 34.15, ਜਾਨੀ ਕਿ ਦੋਨਾਂ ਨੂੰ ਅਗਰ ਮਿਲਾ ਲਈਏ ਤਾਂ 73 ਕਰੋੜ 16 ਲੱਖ ਸਾਨੂੰ ਇੱਕ ਮਹੀਨੇ ਦਾ ਕਲੈਕਸ਼ਨ ਹੋਈ। 73, ਪੀਆਰਟੀਸੀ 39, ਪੰਜਾਬ ਰੋਡਵੇਜ਼ 34.15, ਟੋਟਲ 73.16, ਜਾਨੀ ਕਿ 73 ਕਰੋੜ 16 ਲੱਖ ਇੱਕ ਮਹੀਨੇ ਦਾ ਸਾਡੀ ਕਲੈਕਸ਼ਨ ਹੋਈ, ਰੈਵਨਿਊ ਆਇਆ ਸਤੰਬਰ। ਤੇ ਜੇ ਮੈਂ ਅਕਤੂਬਰ ਦੀ ਗੱਲ ਕਰ ਲਾਂ, ਹੁਣ ਨਵੰਬਰ ਚੱਲ ਰਿਹਾ ਹੈ, ਲਾਸਟ ਮੰਥ ਦੀ, ਤਾਂ ਪੀਆਰਟੀਸੀ 54.74
54 ਕਰੋੜ 74 ਜਿਹੜੇ ਕਿ 39 ਹੁੰਦਾ ਸੀ ਉਹ 54.74 ਆ ਗਿਆ ਜੀ। ਤੇ ਜਿਹੜਾ ਪੰਜਾਬ ਰੋਡਵੇਜ਼ ਹੁੰਦਾ ਸੀ 34.15 ਉਹ 49.57 ਹੋ ਗਿਆ ਜੀ। 49 ਕਰੋੜ 57 ਲੱਖ ਐਂਡ PRTC 54 ਕਰੋੜ 74 ਲੱਖ, ਜਾਣੀ ਕਿ 104 ਕਰੋੜ ਰੁਪਇਆ ਮਹੀਨੇ ਦਾ ਸਾਨੂੰ ਪਿਛਲੇ ਮਹੀਨੇ ਨਾਲੋਂ ਰੈਵਨਿਊ ਕਲੈਕਸ਼ਨ ਵੱਧ ਹੋਈ ਹੈ। ਜਾਣੀ ਕਿ ਇਹ ਤਕਰੀਬਨ ਤੁਸੀਂ ਲਾ ਲਓ 30 ਕਰੋੜ ਰੁਪਇਆ 31 ਕਰੋੜ ਰੁਪਇਆ ਇੱਕ ਮਹੀਨੇ ਦੀ ਸਾਡੀ ਰੈਵਨਿਊ ਕਲੈਕਸ਼ਨ 'ਚ ਵਾਧਾ ਹੋ ਚੁੱਕਿਆ ਹੈ ਅਕਤੂਬਰ। ਜਾਣੀ ਕਿ ਕਰੋੜ ਰੁਪਇਆ ਔਨ ਐਨ ਐਵਰੇਜ ਐਵਰੀ ਡੇ, ਜਿਹੜਾ ਅੱਜ ਤੋਂ 20-21 ਦਿਨ ਪਹਿਲਾਂ ਆਪਾਂ 53 ਲੱਖ ਦੀ ਫਿਗਰ ਦਿੱਤੀ ਸੀ ਤੁਹਾਨੂੰ ਕਿ ਸਾਨੂੰ 53 ਲੱਖ ਰੁਪਇਆ ਮੁਨਾਫਾ ਹੋਇਆ ਹੈ ਪਰ ਡੇ ਦਾ, ਉਹ ਹੁਣ ਵੱਧ ਕੇ 1 ਕਰੋੜ 1 ਲੱਖ ਦੇ ਕਰੀਬ ਹੋਣ ਲੱਗ ਪਿਆ ਜੀ। ਸੋ ਟੋਟਲ ਜੇ ਮਹੀਨੇ ਦਾ ਲਾਈਏ ਤਾਂ 31 ਕਰੋੜ 15 ਲੱਖ ਅਗਰ ਫਿਗਰਸ ਤੁਹਾਨੂੰ ਦੱਸਾਂ ਤਾਂ। ਇਨਕਰੀਜ਼ ਇਨ 1 ਡੇ 1 ਕਰੋੜ, ਇਨਕਰੀਜ਼ ਇਨ ਮੰਥਸ ਅਗਰ ਜੇ ਇਹਨੂੰ ਐਵਰੇਜ ਕੱਢ ਲਈਏ ਆਪਾਂ ਕਿ ਕਿੰਨੀ ਇਹ ਔਨ ਐਨ ਐਵਰੇਜ ਕਿੰਨਾ ਸਾਡਾ ਵਾਧਾ ਹੋਇਆ ਕਮਾਈ 'ਚ ਜਾਂ ਰੈਵਨਿਊ 'ਚ, ਇਹ 42.57% ਇਨਕਰੀਜ਼ ਹੋਇਆ ਜੀ। ਕੋਈ ਗਰੋਥ ਨਹੀਂ ਐਸਾ ਹੋਣੀ, ਕਿਤੇ ਵੀ ਤੁਹਾਡੇ ਕੋਲੇ ਐਸੇ ਅੰਕੜੇ ਨਹੀਂ ਹੋਣੇ ਕਿ ਇੱਕ ਮਹੀਨੇ ਦੇ ਵਿੱਚ 42.57 ਦੀ ਗਰੋਥ ਆਈ ਹੋਵੇ ਪੁਰਾਣੇ ਰੈਵਨਿਊ ਤੋਂ। ਸੋ ਹੁਣ ਡੇਲੀ ਜੇ 1 ਕਰੋੜ ਇਨਕਰੀਜ਼ ਹੋਇਆ ਤਾਂ ਅਸੀਂ ਗੱਲ ਕਰ ਲਈਏ ਕਿ 14.5 ਸਾਲ ਪੁਰਾਣੇ 10 ਸਾਲ ਅਹਿਮਦ ਸ਼ਾਹ ਅਬਦਾਲੀ ਜੀ ਦੀ ਸਰਕਾਰ ਦੇ, ਯਾਨੀ ਕਿ ਰਾਜ ਨਹੀਂ ਸੇਵਾ ਕਰਨ ਵਾਲੇ ਉਹਨਾਂ ਮਾਫੀਏ ਦੇ, ਜਿਹੜੇ ਅੱਜ ਕੱਲ ਲੋਕਾਂ ਨੂੰ ਫੁੱਟਬਾਲ ਖੇਡ ਕੇ ਭਰਮਾ ਰਹੇ ਨੇ, ਆਦਰਨੀਆ ਸੁਖਬੀਰ ਸਿੰਘ ਬਾਦਲ ਸਾਹਿਬ। ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਕਰਕੇ 14.5 ਸਾਲ ਸਾਡਾ ਇਹ ਰੈਵਨਿਊ ਲਾਸਿਸ ਹੋਇਆ। ਕਿਉਂ? ਤੁਸੀਂ ਹੁਣ ਕਹੋਗੇ ਕਿ 10 ਸਾਲ ਤਾਂ ਉਹਨਾਂ ਦੀ ਸਰਕਾਰ ਸੀ, 4.5 ਸਾਲ ਥੋੜੀ ਸੀ, ਪਰ ਮੈਂ ਆਲਰੇਡੀ ਕਹਿ ਚੁੱਕਿਆ ਕਿ ਕੰਪਰੋਮਾਈਜ਼ ਚੀਫ ਮਿਨਿਸਟਰ ਸੀਗਾ, ਉਹ ਵੀ ਚਾਚਾ ਭਤੀਜੇ ਨਾਲ ਮਿਲਿਆ ਹੋਇਆ ਸੀਗਾ, ਇਸੇ ਕਰਕੇ ਉਹਨੂੰ 14.5 ਸਾਲ ਹੀ ਮੈਂ ਕਹਿ ਰਿਹਾ, ਨਹੀਂ ਤਾਂ 4.5 ਸਾਲ ਸਾਡੀ ਕਾਂਗਰਸ ਦੇ ਜਿਹੜੇ ਮੈਂ ਨਾ ਗਿਣਾਉਂਦਾ। ਤੇ 14.5 ਸਾਲਾਂ 'ਚ ਜੇ ਦਿਨ ਗਿਣ ਲਈਏ ਜਨਾਬ ਤੇ 5220 ਦਿਨ ਬਣਦੇ ਆ ਜੀ। 5220 14.5 ਸਾਲ 'ਚ 5220 ਦਿਨ ਹੋ ਗਏ। ਤੇ ਜੇ 5220 ਦਿਨਾਂ 'ਚ 1-1 ਕਰੋੜ ਰੁਪਇਆ ਰੋਜ਼ਾਨਾ ਆਉਂਦਾ, ਜਿਹੜਾ ਕਿ ਤੁਹਾਨੂੰ ਕਰਕੇ ਦਿਖਾਇਆ ਔਨ ਪ੍ਰੈਕਟੀਕਲ ਔਨ ਗਰਾਊਂਡ ਕਰਕੇ ਦਿਖਾਇਆ, ਇਹ 5200 ਕਰੋੜ ਰੁਪਏ ਦਾ ਰੈਵਨਿਊ ਲਾਸ PRTC ਤੇ ਪਨਬਸ ਨੂੰ ਹੋਇਆ। ਨਹੀਂ ਸਮਝੇ? 5200 ਕਰੋੜ ਦਾ 14.5 ਸਾਲਾਂ ਦੇ ਵਿੱਚ 5220 ਦਿਨ ਨੇ, ਤੇ 5220 ਦਿਨ ਕੈਲਕੂਲੇਟਡ 1 day today is equal to 5220 ਕਰੋੜ ਰੁਪਇਆ। ਇੱਕ ਤਾਂ ਇਹ ਲੈ ਲਓ ਜੀ 5220 ਕਰੋੜ ਰੁਪਇਆ। ਅੱਗੇ ਆਜੋ ਜੀ, ਹੁਣ ਆਪਾਂ ਗੱਲ ਕਰੀਏ ਇਲੀਗਲ ਐਕਸਟੈਂਸ਼ਨਸ ਦੀ, ਜਿਹਦੇ ਬਾਰੇ ਅਕਸਰ ਹੀ ਗੱਲਾਂ ਕੀਤੀਆਂ ਜਾਂਦੀਆਂ। ਪਿੱਛੇ ਜੇ ਆਮ ਆਦਮੀ ਪਾਰਟੀ ਦੇ ਇੱਕ ਕੋਈ ਪ੍ਰਵਕਤਾ ਸੀਗੇ ਕਿ ਆਈ ਡੋਨਟ ਨੋ, ਉਹਨਾਂ ਨੇ ਵੀ ਆਵਾਜ਼ ਉਠਾਈ ਸੀ ਕਿ ਰਾਜਾ ਵਿੜਿੰਗ ਨੂੰ ਤਾਂ ਮੰਨੀਏ ਜੇ ਇਲੀਗਲ ਜਿਹੜੀਆਂ ਐਕਸਟੈਂਸ਼ਨਸ ਨੇ, ਜਿਹੜੀ ਅੱਜ ਤੋਂ 2012 ਦੇ ਵਿੱਚ ਜਸਟਿਸ ਸੂਰਿਆਕਾਂਤ ਨੇ ਮਲਟੀਪਲ ਐਕਸਟੈਂਸ਼ਨ, ਇਹ ਜੇ ਕਈਆਂ ਨੂੰ ਨਹੀਂ ਸਮਝ ਆਈ ਤਾਂ ਮੈਂ ਉਹਨਾਂ ਨੂੰ ਸਮਝਾਉਣਾ ਚਾਹਣਾ। ਲੀਗਲ ਰੂਟ ਮੰਨ ਲਓ ਕਿ ਕੋਟਪੂਰਾ ਤੋਂ ਬਾਗਾ ਪੁਰਾਣਾ ਤੱਕ ਸੀਗਾ, ਫਿਰ ਬਾਗਾ ਪੁਰਾਣਾ ਤੋਂ 24 ਕਿਲੋਮੀਟਰ ਦੀ ਐਕਸਟੈਂਸ਼ਨ ਲੈ ਕੇ ਤੁਸੀਂ ਮੋਗੇ ਜਾ ਸਕਦੇ ਸੀ। ਵਨ ਐਕਸਟੈਂਸ਼ਨ ਇਜ਼ ਲੀਗਲ। ਇਹਨਾਂ ਨੇ ਇੱਕ ਐਕਸਟੈਂਸ਼ਨ ਤੋਂ ਬਾਅਦ
ਮੋਗੇ ਤੋਂ ਬਾਅਦ ਇਹ ਜਗਰਾਉਂ ਲੈ ਗਏ, ਜਗਰਾਉਂ ਤੋਂ ਬਾਅਦ ਫਿਰ ਇਹ ਅੱਗੇ ਸਮਰਾਲੇ, ਉੱਥੇ ਲੁਧਿਆਣੇ ਲੈ ਗਏ, ਲੁਧਿਆਣੇ ਤੋਂ ਬਾਅਦ ਸਮਰਾਲੇ ਲੈ ਗਏ, ਸਮਰਾਲੇ ਤੋਂ ਬਾਅਦ ਮੋਰਿੰਡੇ ਲੈ ਗਏ, ਮੋਰਿੰਡੇ ਤੋਂ ਬਾਅਦ ਚੰਡੀਗੜ੍ਹ ਲੈ ਗਏ, ਇਦਾਂ ਹੀ ਅੰਮ੍ਰਿਤਸਰ ਲੈ ਗਏ, ਇਦਾਂ ਹੀ ਪਟਿਆਲੇ ਲੈ ਗਏ, ਇਦਾਂ ਹੀ ਮੁਕਤਸਰ ਚੱਲ ਕੇ ਲੁਧਿਆਣੇ ਲੈ ਗਏ, ਇਦਾਂ ਹੀ ਹਬੋਰੋਂ ਚੱਲ ਕੇ ਅੰਮ੍ਰਿਤਸਰ ਚਲੇ ਗਏ। ਸੋ ਜਸਟਿਸ ਸੂਰਿਆਕਾਂਤ ਨੇ ਆਪਦੀ ਜੱਜਮੈਂਟ 'ਚ ਕਿਹਾ ਕਿ ਮਲਟੀਪਲ ਇਲੀਗਲ ਐਕਸਟੈਂਸ਼ਨ ਜਿਹੜੀਆਂ ਹੈਗੀਆਂ ਇਹ ਇਮੀਡੀਏਟਲੀ ਰੱਦ ਹੋਣੀਆਂ ਚਾਹੀਦੀਆਂ ਨੇ, ਜਿਹੜਾ ਵਾਰ-ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਤੇ ਕਈ ਵਾਰੀ ਸਾਡੇ ਕੰਪਰੋਮਾਈਜ਼ ਚੀਫ ਮਿਨਿਸਟਰ ਨੇ ਫਲੋਰ ਆਫ ਦੀ ਹਾਊਸ ਵੀ ਕਿਹਾ ਕਿ ਇਹ 15 ਦਿਨਾਂ ਦੇ ਵਿੱਚ ਜੋ ਜਸਟਿਸ ਸੂਰਿਆਕਾਂਤ ਦਾ ਹੁਕਮ ਹੈ ਆਨਰੇਬਲ ਹਾਈ ਕੋਰਟ ਦਾ, ਉਹਨੂੰ ਲਾਗੂ ਕਰ ਦਿੱਤਾ ਜਾਏਗਾ। ਔਰ 2012 ਚ ਜੀ 2012 ਚ ਇਹ ਰਹੀ ਤਾਂ ਮਾਫੀਏ ਦੀ ਗੱਲ ਉੱਠਦੀ ਰਹੀ ਨਾ ਜੀ। ਫਿਰ ਇਹ ਸੁਪਰੀਮ ਕੋਰਟ ਚਲੇ ਗਏ ਪਾਰਟੀਆਂ, ਫਿਰ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਤੇ ਮੋਹਰ ਲਾਤੀ ਔਰ ਇਸ ਦੇ ਬਾਵਜੂਦ ਵੀ ਕਿੰਤੂ ਪ੍ਰੰਤੂ ਕਦੇ ਨੋਟਿਸਸ ਫਲਾਂ ਇਹ ਉਹ। ਪਿੱਛੇ ਜੇ ਮਾਨਯੋਗ ਹਾਈ ਕੋਰਟ 'ਚ ਇਹਨਾਂ ਨੇ ਪਟੀਸ਼ਨ ਪਾਈ ਸੀ, ਉਹਦੇ 'ਚ 38 ਪਟੀਸ਼ਨਰ ਸੀਗੇ 38। ਫਿਰ ਉਹਨਾਂ ਨੇ ਪਟੀਸ਼ਨ ਆਪਦੀ ਵਾਪਸ ਲੈ ਲਈ ਜਦੋਂ ਹਾਈ ਕੋਰਟ ਦੇ ਫੈਸਲੇ ਪਹਿਲਾਂ ਕਿ ਅਸੀਂ ਪਟੀਸ਼ਨ ਵਾਪਸ ਲੈ ਲੈਨੇ ਆ, ਲੇਕਿਨ ਸਾਡਾ ਪਟੀਸ਼ਨ ਉਹਨਾਂ ਨੇ ਵਾਪਸ ਲਈ ਤੇ ਹਾਈ ਕੋਰਟ ਨੇ ਐਸਟੀਸੀ ਸਾਹਿਬ ਨੂੰ ਹਦਾਇਤ ਦਿੱਤੀ ਕਿ ਤੁਸੀਂ ਇਹਦੇ ਤੇ ਆਰਡਰ ਪਾਸ ਕਰੋ, ਸਪੀਕਿੰਗ ਆਰਡਰ। ਸੋ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਐਸਟੀਸੀ ਸਾਹਿਬ ਨੇ ਆਪਦੇ ਸਪੀਕਿੰਗ ਆਰਡਰ ਪਾਸ ਕੀਤੇ ਤੇ 1 ਲੱਖ ਕਿਲੋਮੀਟਰ, ਇਹ 1 ਲੱਖ ਕਿਲੋਮੀਟਰ ਦਾ ਮਸਲਾ ਹੈ ਜੀ। ਇਲੀਗਲ ਐਕਸਟੈਂਸ਼ਨ 1 ਲੱਖ ਕਿਲੋਮੀਟਰ ਦੀਆਂ ਹੈਗੀਆਂ ਤੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ, ਉਹ ਸਾਰੇ ਪਰਮਿਟਸ ਨੂੰ, ਜਿਹਦੇ ਵਿੱਚੋਂ 600 ਦੇ 602 680 ਦੇ ਕਰੀਬ ਪਰਮਿਟਸ ਹੈਗੇ ਨੇ ਜਿਹੜੇ ਉਹ ਕੈਂਸਲ ਕਰ ਦਿੱਤੇ ਗਏ। ਉਹਨਾਂ ਵਿੱਚੋਂ ਹੁਣ ਜਿਹੜੇ ਕੁਝ ਕੇਸਿਸ ਤੇ ਕੁਝ ਲੋਕਾਂ ਨੇ ਪਹਿਲਾਂ ਹਾਈ ਕੋਰਟ 'ਚ ਗਏ, ਹਾਈ ਕੋਰਟ ਨੇ ਉਹਨਾਂ ਦੀ ਅਪੀਲ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਪੀਲ ਕਰਨ ਦੀ ਸਟਾਰਟ 'ਚ ਜਾਓ ਤੇ ਉੱਥੇ ਤੁਸੀਂ ਅਪੀਲ ਕਰ ਸਕਦੇ ਹੋ। ਹੁਣ ਉਹ ਸਾਡਾ ਇੱਕ ਟ੍ਰਿਬਿਊਨਲ ਸਟਾਰਟ ਹੈਗਾ ਜਿੱਥੇ ਸੈਸ਼ਨ ਜੱਜ ਉਹਦੇ ਹੈਡ ਕਰਦੇ ਨੇ, ਉੱਥੇ ਗਏ ਸੀ। ਉਹਦੇ ਤੇ ਉਹਨਾਂ ਨੂੰ ਸਟੇ ਮਿਲਿਆ 10 ਤਰੀਕ ਤੱਕ, ਅੱਜ ਉਹਦੀ ਫਾਈਨਲ ਸੁਣਵਾਈ ਵੀ ਹੈ। ਐਂਡ ਕੁਝ ਪਟੀਸ਼ਨਰ ਉਸ ਤੋਂ ਬਾਅਦ ਵੀ ਗਏ, ਲੇਕਿਨ ਕੁਝ ਪਟੀਸ਼ਨਰ ਜਿਨ੍ਹਾਂ ਦੇ ਅਸੀਂ ਕੈਂਸਲ ਕਰ ਦਿੱਤੇ ਗਏ ਉਹ ਸਾਡੇ ਆਰਟੀਏ ਸਾਹਿਬਾਨਾਂ ਕੋਲੇ ਚਲੇ ਗਏ ਕਿ ਸਾਡਾ ਜਿਹੜਾ ਓਰੀਜਨਲ ਰੂਟ ਹੈ ਉਹ ਸਾਡਾ ਰੱਖ ਲਿਆ ਜਾਵੇ, ਉਹ ਅਸੀਂ ਅਪਲਾਈ ਕਰ ਦਿੰਦੇ ਹਾਂ। ਜਿਹੜਾ ਪਹਿਲਾਂ ਸੀਗਾ ਜਿਹੜੀ ਮਲਟੀਪਲ ਐਕਸਟੈਂਸ਼ਨ ਉਹ ਸਾਡੀ ਕੱਟ ਦਿੱਤੀ ਜਾਵੇ। ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ। ਲੇਕਿਨ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹਦੇ ਵਿੱਚ ਕੀ ਹੋਇਆ ਜੀ, ਜੇ ਅਕਤੂਬਰ ਮਹੀਨੇ ਦੀ ਅਸੀਂ ਐਵਰੇਜ ਕਰ ਲਈਏ ਤਾਂ PRTC 45 ਰੁਪਏ 25 ਪੈਸੇ ਰੈਵਨਿਊ ਹੈ ਜੀ ਉਹਦਾ ਪਰ ਕਿਲੋਮੀਟਰ, 45 ਰੁਪਏ 25 ਪੈਸੇ PRTC ਦਾ। ਤੇ ਪੰਜਾਬ ਰੋਡਵੇਜ਼ ਦਾ ਰੈਵਨਿਊ ਹੈ ਜੀ 38 ਰੁਪਏ 10 ਪੈਸੇ ਪਰ ਕਿਲੋਮੀਟਰ। ਇਹ ਲੱਖ ਕਿਲੋਮੀਟਰ ਦੀ ਗੱਲ ਕਰ ਰਿਹਾ ਮੈਂ, ਪਰ ਮੈਂ ਅੱਜ ਦੀ ਐਵਰੇਜ ਮੁਤਾਬਕ PRTC 45.25 ਕਮਾਈ ਰੈਵਨਿਊ ਹੋ ਰਿਹਾ ਹੈ ਤੇ ਪੰਜਾਬ ਰੋਡਵੇਜ਼ ਨੂੰ 38.10 ਹੋ ਰਿਹਾ ਹੈ। ਯਾਨੀ ਕਿ ਜੇ ਔਨ ਐਨ ਐਵਰੇਜ ਆਪਾਂ ਇਹਨਾਂ ਨੂੰ ਕੱਢ ਲਈਏ ਤਾਂ 42 ਰੁਪਏ ਸਾਨੂੰ ਪਰ ਕਿਲੋਮੀਟਰ ਲਾਸ ਅੱਜ ਅਸੀਂ ਡਿਕਲੇਅਰ ਕਰ ਸਕਦੇ ਹਾਂ ਲੱਖ ਕਿਲੋਮੀਟਰ ਨੂੰ। ਸੋ ਲੱਖ ਕਿਲੋਮੀਟਰ ਇਜ਼ ਇਕੁਅਲ ਟੂ 42 ਰੁਪਏ, ਯਾਨੀ ਕਿ 9 ਸਾਲਾਂ ਦੇ ਵਿੱਚ 42 ਲੱਖ ਹੋ ਗਿਆ ਜੀ ਇਹ ਜੇ ਡੇਲੀ ਦਾ 42 ਲੱਖ। ਤੇ ਅਗਰ 9 ਸਾਲ ਹੋ ਗਏ ਇਸ ਜੱਜਮੈਂਟ ਨੂੰ ਜਿਹੜੀ ਲਾਗੂ ਨਹੀਂ ਕੀਤੀ ਗਈ 2012 ਤੋਂ ਲੈ ਕੇ ਟਿਲ ਟੁਡੇ, ਇਹ 3285 ਦਿਨ ਬਣ ਗਏ ਜੀ ਜਿਹੜੀ ਜੱਜਮੈਂਟ ਜੱਜ ਸਾਹਿਬ ਦੇ ਹੁਕਮਾਂ ਤੋਂ ਬਾਅਦ ਇਹ ਲਾਗੂ ਕਰਨੀ ਸੀ, ਉਹ ਲਾਗੂ ਨਹੀਂ ਹੋਈ ਤੇ 9 ਸਾਲਾਂ ਬਾਅਦ ਇਹ ਲਾਗੂ ਹੋਈ ਤੇ 9 ਸਾਲਾਂ ਚ 3285 ਦਿਨ ਪੈ ਗਏ। ਤੇ ਜੇ 3285
ਦਿਨਾਂ ਨੂੰ ਅਸੀਂ 9 ਸਾਲਾਂ ਨਾਲ 42 ਰੁਪਏ ਨਾਲ ਗੁਣਾ ਕਰਾਂਗੇ, ਜਿਹੜਾ ਸਾਨੂੰ ਰੈਵਨਿਊ ਲਾਸ ਹੁੰਦਾ ਰਿਹਾ ਇੱਕ ਦਿਨ ਦਾ ਪਰ ਕਿਲੋਮੀਟਰ ਦਾ, ਇਹ 1380 ਕਰੋੜ ਬਣ ਜਾਣਗੇ ਜੀ। ਸਮਝ ਆਈ ਜੀ? ਟੋਟਲ ਪਰ ਡੇ ਤਾਂ ਸਾਨੂੰ ਜੀ 42 ਲੱਖ ਕਿਲੋਮੀਟਰ ਤੇ 42 ਲੱਖ ਰੁਪਏ ਦਾ ਘਾਟਾ ਹੋ ਰਿਹਾ ਨਾ ਜੀ ਪਰ ਡੇ। ਸਾਡੀ ਕਮਾਈ ਰੈਵਨਿਊ ਜਿਹੜਾ ਹੈ ਉਹ 42 ਰੁਪਏ ਔਨ ਐਨ ਐਵਰੇਜ ਪਰ ਕਿਲੋਮੀਟਰ ਹੈ ਜੀ, 42 ਰੁਪਏ ਤੇ ਲੱਖ ਕਿਲੋਮੀਟਰ ਇਲੀਗਲ ਗੱਡੀਆਂ ਚੱਲ ਰਹੀਆਂ, ਪਰ ਡੇ 42 ਲੱਖ ਹੋ ਗਿਆ। ਜੇ 42 ਲੱਖ, ਜੇ ਉਹ 42 ਲੱਖ ਰੁਪਏ ਨੂੰ ਸਾਡੇ 900 ਜਿਹੜੇ 3285 ਦਿਨਾਂ ਨਾਲ ਗਿਣਾਂਗੇ 9 ਸਾਲਾਂ ਨਾਲ, ਤਾਂ ਫੇਰ ਆ ਜਾਏਗਾ 1380 ਕਰੋੜ। ਐਂਡ ਇਫ ਯੂ ਕੈਲਕੂਲੇਟ ਕਿ ਉਹ ਜਿਹੜਾ 5220 ਕਰੋੜ ਰੁਪਇਆ ਸੀ ਤੇ ਉਹਨੂੰ 1380, 5220 ਪਹਿਲਾਂ ਤੁਹਾਨੂੰ ਦੱਸਿਆ ਤੇ 1380 ਇਹ ਦੱਸਿਆ, ਇਹ ਟੋਟਲ 6600 ਕਰੋੜ ਰੁਪਇਆ ਹੋ ਗਿਆ ਜੀ। ਇਹਦੇ ਚ ਮੈਂ ਹਜੇ ਅਹਿਮਦ ਸ਼ਾਹ ਅਬਦਾਲੀ ਦੀ ਕਮਾਈ ਦੀ ਗੱਲ ਨਹੀਂ ਕੀਤੀ ਕਿ ਉਹਨੇ ਹੋਰ ਕੀ ਕੀਤਾ। ਇਹ ਤਾਂ ਮੈਂ ਕਹਿ ਰਿਹਾ ਕਿ ਸਿੱਧਾ ਤੇ ਸਿੱਧਾ 6600 ਕਰੋੜ ਰੁਪਏ ਦਾ ਹੁਣ ਤੱਕ ਚੂਨਾ ਰਾਜਨੀ ਸੇਵਾ ਕਰਨ ਵਾਲਿਆਂ ਨੇ ਪੰਜਾਬ ਨੂੰ ਲਾ ਦਿੱਤਾ ਹੈ, ਜਿਹੜੇ ਦੁਬਾਰਾ ਰਾਜ ਦੀ ਕਲਪਨਾ ਕਰ ਰਹੇ ਨੇ। ਤੇ ਜੇ ਜਨਾਬ ਅਸੀਂ ਹੁਣ ਅਗਲੀ, ਕਿਉਂਕਿ ਇਹ ਕੈਲਕੂਲੇਸ਼ਨ ਦੇਣੀ ਤੁਹਾਨੂੰ ਬੜੀ ਜ਼ਰੂਰੀ ਸੀ, ਜੇ 6600 ਕਰੋੜ ਰੁਪਇਆ ਸਾਡੇ ਕੋਲੇ ਰੈਵਨਿਊ ਆ ਜਾਂਦਾ ਤਾਂ ਇਹਦੇ ਨਾਲ ਮੈਂ 27 ਲੱਖ ਰੁਪਏ ਦੀ ਅੱਜ ਇੱਕ ਬੱਸ ਦੀ ਕੀਮਤ ਹੈ ਬੋਡੀ ਲਗਾ ਕੇ, ਤੁਸੀਂ 30 ਵੀ ਲਾ ਲਓ ਹਾਇਰ ਸਾਈਡ ਦੀ ਆਰਡੀਨਰੀ ਬੱਸ ਹੈ, ਉਹਦੀ ਕੀਮਤ 27 ਲੱਖ ਰੁਪਇਆ ਚੈਸੀ ਤੋਂ ਲੈ ਕੇ ਬੋਡੀ ਕੰਪਲੀਟ ਕਰਕੇ 27 ਲੱਖ ਰੁਪਇਆ ਸਾਨੂੰ ਆ ਰਹੀ ਹੈ, ਕਿਉਂਕਿ ਅਸੀਂ 842 ਬੱਸਾਂ ਦਾ ਨਵੇਂ ਦਾ ਆਰਡਰ ਦਿੱਤਾ ਹੋਇਆ ਹੈ। ਵੱਧ ਤੋਂ ਵੱਧ ਵੀ ਲਾ ਲਓ, ਹੋਰ ਵੀ ਤੁਸੀਂ 30 ਲਾ ਲਓ, 24,000 ਬੱਸ ਮੈਂ ਨਵੀਂ ਖਰੀਦ ਸਕਦਾ ਸੀ। 24,000 ਬੱਸ ਇਸ 6600 ਕਰੋੜ ਰੁਪਏ ਨਾਲ ਮੈਂ ਨਵੀਂ ਖਰੀਦ ਸਕਦਾ ਸੀ। 24,000 ਬੱਸ, 24,000 ਤੁਸੀਂ ਕਰ ਲਓ ਨਾ ਜੀ, 6600 ਕਰੋੜ ਗੁਣਾ 30 ਤਾਂ ਇਹ ਇੱਥੇ ਬਣ ਜਾਣਾ ਜੀ ਕੰਮ। ਮੈਂ ਇਹ ਕੈਲਕੂਲੇਟ ਕਰਕੇ ਆਇਆ ਤੇ ਤਕਰੀਬਨ ਜੇ 24,000 ਮੈਂ ਬੰਦਾ ਬੱਸ ਖਰੀਦਾ ਤੇ ਮੈਨੂੰ ਡਰਾਈਵਰ ਕੰਡਕਟਰ ਵੀ ਚਾਹੀਦਾ ਜੀ, ਤੇ 50,000 ਬੰਦੇ ਨੂੰ ਮੈਂ ਰੋਜ਼ਗਾਰ ਦੇ ਸਕਦਾ ਸੀ ਸਿੱਧਾ 50,000। ਠੀਕ ਆ, ਅੱਜ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਆਪਾਂ ਤਾਂ ਦੇਖ ਲਓ ਜੀ, ਮੈਨੂੰ ਲੱਗਦਾ ਖਜ਼ਾਨਾ ਖਾਲੀ ਕੀਤਾ ਜਾਂਦਾ, ਖਜ਼ਾਨਾ ਖਾਲੀ ਨਹੀਂ ਹੈ। ਖਜ਼ਾਨੇ ਨੂੰ ਭਰਨ ਵਾਲਾ ਸਿਸਟਮ ਤੇ ਥੋੜਾ ਦਿਮਾਗ ਚਾਹੀਦਾ ਹੈ, ਖਜ਼ਾਨਾ ਭਰਿਆ ਜਾ ਸਕਦਾ ਹੈ। ਸੋ ਤਕਰੀਬਨ 50,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਸਨ। ਨਵੇਂ ਬੱਸ ਸਟੈਂਡ, ਵਰਕਸ਼ਾਪ ਬਣਾ ਸਕਦੇ ਸੀ, ਇਨਫਰਾ ਚ ਨਵਾਂ ਸੁਧਾਰ ਲਿਆ ਸਕਦੇ ਸੀ। ਜੇ ਅੱਜ ਅਸੀਂ, ਸਾਡੇ ਕੋਲੇ ਟੋਟਲ ਫਲੀਟ ਹੈ ਜੀ ਪੀਆਰਟੀਸੀ ਤੋਂ 1100 ਬੱਸਾਂ ਸਾਡੇ ਕੋਲੇ ਤੇ 1550 ਪੰਜ ਬੱਸ ਦੀਆਂ ਸਾਡੇ ਕੋਲੇ ਬੱਸਾਂ, 2650 ਨਾਲ ਅਸੀਂ ਆਹ ਕੁਝ ਕਰ ਸਕਦੇ ਹਾਂ। ਤੇ ਜੇ 24,000 ਬੱਸਾਂ ਦਾ ਫਲੀਟ ਹੁੰਦਾ, ਅਸੀਂ ਕਰਦੇ ਕੀ? ਹਰ ਪਿੰਡ ਦੇ ਕਸਬੇ ਤੋਂ ਬੱਸ ਚੱਲਦੀ, ਹਰ ਪਿੰਡ ਤੋਂ ਪੀਆਰਟੀਸੀ ਤੇ ਪੰਜ ਬੱਸ ਚੱਲਦੀ। ਅੱਜ ਸਾਡੀਆਂ ਬੱਸਾਂ ਨਹੀਂ ਹੈ, ਬੱਸਾਂ ਕਰਕੇ ਸਾਨੂੰ ਜਿਹੜੇ ਪਰਮਿਟ ਸਰੈਂਡਰ ਕਰਨੇ ਪਏ। ਸਾਡੀਆਂ ਬੱਸਿਸ ਮੇਨ ਜਗ੍ਹਾ ਤੇ ਚੱਲਦੀਆਂ, ਹਾਈਵੇਜ਼ ਤੇ ਚੱਲਦੀਆਂ। ਸਾਡੇ ਕੋਲ ਜਿਹੜੇ ਛੋਟੇ ਪਿੰਡਾਂ ਦੇ ਜਾਂ ਲੋਕਲ ਰੂਟਸ ਨੇ ਉਹ ਬਹੁਤ ਘੱਟ ਨੇ। ਤੇ ਅੱਜ ਪੰਜਾਬ ਦੇ ਹਰ ਪਿੰਡ ਚੋਂ 12,000 12,500 ਦੇ ਕਰੀਬ ਪਿੰਡ ਹੈ, ਹਰ ਬੱਸ ਚੋਂ 2-2 ਬੱਸਾਂ ਅਸੀਂ ਨਵੀਆਂ ਚਲਾ ਸਕਦੇ ਸਾਂ। ਇਹਦਾ ਇਹ ਨੁਕਸਾਨ ਹੋਇਆ ਜੀ, ਜੋ ਸਾਰੇ ਦਾ ਸਾਰਾ। ਔਰ ਮੈਂ ਤਾਂ, ਉਹ ਵੱਡੇ ਲੋਕ ਨੇ, ਉਹਨਾਂ ਦੇ ਬਹੁਤ ਵੱਡੇ ਵੱਡੇ ਹੱਥ ਨੇ, ਉਹ ਕਿੱਥੇ ਕਿੱਥੇ ਮੈਨੇਜ ਕਰਦੇ ਨੇ, ਇਹ ਤੁਹਾਨੂੰ ਪਤਾ ਹੈ ਸਾਰੀ ਗੱਲ ਦਾ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਨੇ ਜਿਹੜਾ ਪੰਜਾਬ ਸਰਕਾਰ ਨੂੰ ਇੰਨਾ ਵੱਡਾ ਘਾਟਾ ਤੇ ਨੁਕਸਾਨ ਕੀਤਾ ਹੈ, ਮੈਂ ਇਹਦੇ ਬਾਰੇ ਵੀ ਇੱਕ ਰਿਪੋਰਟ ਤਿਆਰ ਕਰ ਰਿਹਾ ਹਾਂ। ਔਰ ਰਿਪੋਰਟ ਤਿਆਰ ਕਰਕੇ ਜਿਹੜੇ ਆਫੀਸਰ ਸਾਹਿਬਾਨ ਜਾਂ ਉਸ ਡਿਪਾਰਟਮੈਂਟ ਦੇ ਲੋਕ ਇਹਦੇ ਚ ਇਨਵੋਲਵ ਸਨ, ਜਾਂ ਉਹ ਲੋਕ ਜਿਨ੍ਹਾਂ ਨੇ ਇਹ ਕੀਤਾ ਜਾਂ ਉਹਨਾਂ ਤੋਂ ਕਰਾਇਆ, ਉਹ ਅਸੀਂ ਜਲਦੀ ਹੀ, ਮੇਰੀ ਕੱਲ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਹੈ, ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ, ਉਹ ਅਸੀਂ ਇਨਕੁਆਰੀ
ਅਸੀਂ ਵਿਜੀਲੈਂਸ ਨੂੰ ਜਾਂ ਸਿੱਟ ਬਣਾ ਕੇ ਹਾਇਰ ਅਥਾਰਟੀ ਨੂੰ ਦੇਣ ਵਾਲੇ ਹਾਂ, ਤਾਂ ਜੋ ਟਾਈਮ ਬਾਉਂਡ ਇਨਕੁਆਰੀ ਹੋ ਕੇ ਜਿਨ੍ਹਾਂ ਲੋਕਾਂ ਨੇ ਇਹ ਇਲਜ਼ਾਮ ਇੱਥੇ ਤੱਕ ਪਹੁੰਚਾਇਆ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਅੱਜ ਦਾ ਇਹੀ ਸੀਗਾ ਕਿ ਤੁਹਾਨੂੰ ਮੈਂ ਸਾਰੇ ਇਸ ਬਾਰੇ ਚਾਨਣ ਪਾਵਾਂ। ਕਿਸੇ ਦੇ ਕੋਈ ਕੁਐਸਚਨਸ ਹੈਗੇ ਆ ਤਾਂ ਵੜਿੰਗ ਸਾਹਿਬ, ਜਿਹੜਾ ਤੁਸੀਂ ਨਸੀਹਤ ਦੇ ਰਹੇ ਸੀ ਕਿ ਖਜ਼ਾਨਾ ਖਾਲੀ ਹੈ, ਭਰਿਆ ਇਸ ਤਰੀਕੇ ਨਾਲ ਜਾ ਸਕਦਾ ਹੈ, ਉਹਨਾਂ ਦੀਆਂ ਬੱਸਾਂ ਦਾ ਟੈਕਸ ਆਇਆ ਹੋਇਆ ਸਰ? ਕਿਹਨਾਂ ਦੀ ਗੱਲ ਕਰ ਰਹੇ ਹੋ ਜਨਾਬ? ਮੈਂ ਉਹਨਾਂ ਨੂੰ ਗੱਲ ਕਰ ਰਿਹਾ ਜਿਹੜੇ ਲੋਕ ਕਹਿੰਦੇ ਕਿ ਕਈ ਵਾਰੀ ਅਸੀਂ ਸਕੀਮਸ ਲਾਗੂ ਕਰ ਰਹੇ ਹਾਂ, ਜਿਹੜਾ ਰੋਜ਼ ਜਿਹੜਾ ਸੁਖਬੀਰ ਬਾਦਲ ਕਹਿ ਰਿਹਾ ਕਿ ਇਹਨਾਂ ਦੇ ਤਾਂ ਖਜ਼ਾਨੇ 'ਚ ਪੈਸੇ ਹੈ ਨਹੀਂ, ਇਹ ਕਿੱਦਾਂ ਕਰਨਗੇ? ਅੱਛਾ, ਮਨਪ੍ਰੀਤ ਬਾਦਲ ਦੀ ਨਹੀਂ ਮੈਂ ਗੱਲ ਕਰ ਰਿਹਾ, ਪਰ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਟੈਕਸ ਹੈ ਆਈ ਥਿੰਕ ਸੋ ਹਜੇ ਤੱਕ ਨਹੀਂ ਆਇਆ। ਉਹਨਾਂ ਨੇ ਟ੍ਰਿਬਿਊਨ 'ਚ ਖਬਰ ਵੀ ਲੱਗੀ ਸੀ, ਉਹਨਾਂ ਨੇ ਕਿਹਾ ਕਿ ਮੈਂ ਜਲਦੀ ਟੈਕਸ ਆਪਦਾ ਜਿਹੜਾ ਹੈਗਾ ਉਹ ਭਰ ਦਿਆਂਗਾ। ਮੇਰਾ ਖਿਆਲ 13 ਲੱਖ ਦੇ ਕਰੀਬ ਹੈ ਜੀ ਰਘੂ ਰਾਜ ਟਰਾਂਸਪੋਰਟ ਦਾ ਬਕਾਇਆ। ਇਹ ਕਹਿ ਰਹੇ ਨੇ ਤੁਹਾਡੇ ਤੇ ਦੋਸ਼ ਲਾ ਰਹੇ ਨੇ ਤੁਹਾਡੇ ਵਿਰੋਧੀ ਅਕਾਲੀ ਵੀ ਕਿ ਕਾਂਗਰਸੀਆਂ ਦੀਆਂ ਬੱਸਾਂ ਕਿਉਂ ਵੱਡੀਆਂ ਜਾ ਰਹੀਆਂ, ਉਹਦੇ ਬਾਰੇ ਵੀ ਸਰ ਇਹ ਜ਼ਿੰਦਾ ਜਾਗਦਾ ਪ੍ਰੂਫ ਜਿਹੜਾ ਤੁਹਾਡੇ ਮੀਡੀਆ ਵਾਲੇ ਲੋਕ ਰਾਤ 1 ਵਜੇ 12-1 ਵਜੇ ਮੇਰੇ ਨਾਲ ਸੀ। ਮੈਂ ਕਿਸੇ ਨਾਲ ਕੋਈ ਐਸਾ ਵਿਤਕਰਾ ਨਹੀਂ, ਜਿਹੜੀ ਬੱਸ ਆਏਗੀ ਅਸੀਂ ਉਹਨੂੰ ਚੈੱਕ ਕਰੀਏ, ਜਿਹੜੀ ਨੋਰਮਸ ਦੀ ਉਲੰਘਣਾ ਕਰ ਰਹੀ ਸੀ ਉਹ ਫੜ ਕੇ ਇੰਪਾਊਂਡ। ਰਾਤ 9 ਬੱਸੇਸ ਤੁਹਾਡੇ 2 ਪੱਤਰਕਾਰ ਸਾਥੀ ਸਾਡੇ ਨਾਲ ਉੱਥੇ ਮੌਜੂਦ ਸਨ। ਸੋ ਕਿਸੇ ਨਾਲ ਕੋਈ ਵਿਤਕਰਾ ਨਹੀਂ, ਔਰ ਇਹ ਨਹੀਂ ਹੈ ਕਿ ਫਲਾਣੇ ਦੀ ਬੱਸ ਫੜਨੀ ਹੈ ਫਲਾਣੇ ਦੀ ਨਹੀਂ। ਅੱਜ ਵੀ ਕੁਝ ਪੱਤਰਕਾਰ ਸਾਥੀ ਮੇਰੇ ਨਾਲ ਸਵੇਰ 8 ਵਜੇ ਤੋਂ ਲੈ ਕੇ ਰਾਜਪੁਰਾ ਤੱਕ ਸਨ। ਅਸੀਂ ਜਿਹੜੀਆਂ ਨੋਰਮਸ ਦੇ ਉਲੰਘਣਾ ਕਰ ਰਹੀ ਸੀ ਬੱਸਾਂ ਉਹਨਾਂ ਨੂੰ ਫੜ ਲਿਆ ਗਿਆ। ਇਹ ਨਹੀਂ ਕਿ ਕੋਈ ਫਲਾਣੇ ਦੀ ਆ ਗਈ ਤਾਂ ਛੱਡ ਦਿੱਤਾ ਗਿਆ। ਉਹ ਬੇਫਜ਼ੂਲ ਬੇਵਜ੍ਹਾ ਜਿਹੜਾ ਇਲਜ਼ਾਮ ਲਾਇਆ ਜਾ ਇੱਕ ਸੈਕਿੰਡ ਸਰ, ਦਿੱਲੀ 에ਅਰਪੋਰਟ ਦਾ ਬੱਸਿਸ ਵਾਲਾ ਸਾਹਿਬ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖੀ ਐਂਡ ਆਫਟਰ ਦੈਟ ਉਹ ਚਿੱਠੀ ਤੁਹਾਨੂੰ ਟਵਿੱਟਰ ਤੇ ਵੀ ਪਾਈ। ਨਾਲ ਹੀ ਨਾਲ ਅਸੀਂ 에ਅਰਪੋਰਟ ਅਥਾਰਟੀ ਨੂੰ ਤੇ ਜੋਤੀ ਰਾਜੇ ਸਿੰਧੀਆ ਜੀ ਨੂੰ ਅਸੀਂ ਚਿੱਠੀ ਲਿਖੀ, ਔਰ ਜੋਤੀ ਰਾਜੇ ਸਿੰਧੀਆ ਜੀ ਦੀ ਚਿੱਠੀ ਦਾ ਜਵਾਬ ਆਇਆ ਕਿ ਸਾਨੂੰ 에ਅਰਪੋਰਟ ਅਥਾਰਟੀ ਨੂੰ ਡਾਇਲ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਇੱਥੇ ਆਉਣ 'ਚ, ਲੇਕਿਨ ਤੁਸੀਂ ਪੰਜਾਬ ਜਿਹੜੀ ਹੈ ਦਿੱਲੀ ਸਰਕਾਰ ਨਾਲ ਆਪਦਾ ਮਸਲਾ ਸੁਲਝਾ ਲਿਆ ਜਾਵੇ। ਮੈਂ 2 ਚਿੱਠੀਆਂ ਲਿਖਣ ਦੇ ਬਾਵਜੂਦ, ਇਸ ਤੋਂ ਪਹਿਲਾਂ ਵੀ ਵਾਰ-ਵਾਰ ਚਿੱਠੀਆਂ ਸਾਡੇ ਪੁਰਾਣੇ ਮੰਤਰੀ ਸਾਹਿਬਾਨਾਂ ਵੱਲੋਂ ਲਿਖੀਆਂ ਗਈਆਂ, ਕੋਈ ਜਵਾਬ ਨਹੀਂ ਆਇਆ। ਸੋ ਮੈਨੂੰ ਲੱਗਦਾ ਕਿ ਅਸੀਂ ਹੁਣ ਪੂਰਾ ਗੱਲਬਾਤ ਦਾ ਜ਼ਰੀਆ ਬਣਾਇਆ, ਵਾਰੀ-ਵਾਰੀ ਟਵੀਟ ਵੀ ਕੀਤਾ, ਨਹੀਂ ਕੋਈ ਚਿੱਠੀ ਦਾ ਜਵਾਬ ਆਇਆ, ਲੇਕਿਨ ਜਲਦੀ ਦਿੱਲੀ ਸਰਕਾਰ ਨਾਲ ਅਸੀਂ ਕੇਜਰੀਵਾਲ ਸਾਹਿਬ ਦਾ ਔਰ ਇਥੋਂ ਪਿਆਰ ਵੀ ਪਤਾ ਲੱਗ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ। ਔਰ ਮਾਫੀਆ ਦੀ ਜਿਹੜੀ ਉਹ ਗੱਲ ਕਰਦੇ ਹੈ, ਮਾਫੀਆ ਦੀਆਂ ਔਰ ਇਹਨਾਂ ਲੋਕਾਂ ਦੀਆਂ ਬੱਸਿਸ ਤਾਂ 에ਅਰਪੋਰਟ ਤੱਕ ਡਾਇਰੈਕਟ ਜਾਂਦੀਆਂ, ਪ੍ਰਾਈਵੇਟ ਬੱਸਿਸ। ਸਾਡੀ ਬੱਸ ਉੱਥੋਂ ਤੱਕ ਨਹੀਂ ਜਾਣ ਦਿੱਤੀ ਜਾ ਰਹੀ। ਉਹਦੇ 'ਚ ਤੁਸੀਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜੀ ਗੱਲ ਉਹ ਦਿੱਲੀੋਂ ਕਹਿ ਕੇ ਕਰਦੇ ਨੇ, ਫਿਰ ਪੰਜਾਬ ਆ ਕੇ ਮਾਫੀਆ ਦੀ ਗੱਲ ਕਰ ਰਹੇ ਨੇ। ਉਲਟਾ ਉਹ ਲੋਕ ਮਾਫੀਆ ਨਾਲ ਮਿਲੇ ਹੋਏ ਹੈ, ਉਹੀ ਲੋਕ ਇਹਨਾਂ ਵੱਡੇ ਲੋਕਾਂ ਨਾਲ ਮਿਲੇ ਹੋਏ ਆ। ਉਹਨਾਂ ਦੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ ਔਰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ 에ਅਰਪੋਰਟ ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਪਰ ਇਹਦੀ ਦਿੱਲੀ ਸਰਕਾਰ ਕੋਲੇ ਜੇ ਉਹ ਨਹੀਂ ਬੁਲਾਉਣਗੇ ਤਾਂ ਅਸੀਂ ਆਪਣੇ ਆਪ ਚਲੇ ਜਾਵਾਂਗੇ। ਇਹਦਾ ਕੋਈ ਨਾ ਕੋਈ ਜਲਦੀ ਹੀ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਇੱਕ ਮਿੰਟ ਸਰ, ਤੇਲ ਦੀਆਂ ਕੀਮਤਾਂ ਦੇ ਨਾਲ ਵੱਖ-ਵੱਖ ਰੇਟ ਜਿਹੜੇ ਨੇ ਉੱਪਰ ਨੀਚੇ ਹੁੰਦੇ ਰਹਿੰਦੇ। ਤੁਹਾਡੀ ਹੁਣ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਰਾ ਕਟੌਤੀ ਕੀਤੀ ਹੈ, ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਨੇ, ਕਿ ਬੱਸ ਕਿਰਾਇਆ ਵੀ ਘਟਾਉਣ ਬਾਰੇ ਤੁਸੀਂ ਸੋਚ ਰਹੇ ਹੋ? ਲੋਕਾਂ ਨੂੰ ਇਹ ਰਾਹਤ ਦਿੱਤੀ ਜਾਊਗੀ? ਨਹੀਂ ਜੀ, ਇਹਦੇ ਬਾਰੇ ਕੋਈ ਜਿਹੜੀ ਪਹਿਲਾਂ ਕਈਆਂ ਬੱਸ ਆਪਰੇਟਰਸ ਦੇ ਇਤਰਾਜ਼ ਸੀ ਕਿ ਕਾਫੀ ਵਾਰੀ ਜਿਹੜਾ ਫਿਊਲ ਪ੍ਰਾਈਸ ਆ ਉਹ ਵਧਿਆ, ਟੂ ਬੀ ਵੈਰੀ ਓਨੈਸਟ, ਤੇ ਸਾਡਾ ਟਿਕਟ ਦਾ ਰੇਟ ਨਹੀਂ ਵਧਾਇਆ ਗਿਆ। ਇਹਦੇ ਵਾਸਤੇ ਹਜੇ ਕੋਈ ਐਸੀ ਤਜਵੀਜ਼ ਨਹੀਂ ਹੈ ਜੀ। 600 ਕਰੋੜ ਦੀ ਚੋਰੀ ਹੋਈ ਆ, ਕਾਫੀ ਅਫਸਰ ਵੀ ਇਨਵੋਲਵ ਨੇ। ਤੁਸੀਂ ਲਿਸਟ ਦੇ ਸਕਦੇ ਹੋ ਕਿਹੜੇ ਅਫਸਰ ਕਿਸ ਰਹਿ ਦੇ, ਕਿੰਨੇ ਅਫਸਰ ਨੇ? ਨਹੀਂ ਜੀ, ਇਟਸ ਅ ਮੈਟਰ ਆਫ ਇਨਕੁਆਇਰੀ। ਤੁਹਾਨੂੰ ਜਲਦੀ ਜਦੋਂ ਅਸੀਂ ਦੇਵਾਂਗੇ ਇਹ ਕਿਹੜੇ ਆਫਿਸਰ ਇਨਵੋਲਵਡ ਹੈ, ਮੇਰੇ ਕੋਲੇ ਇਹਦੀ ਲਿਸਟ ਨਹੀਂ ਹੈ, ਲੇਕਿਨ ਅਸੀਂ ਇਹ ਜਦੋਂ ਇਨਕੁਆਇਰੀ ਦੇਵਾਂਗੇ, ਜਿਸ ਵੀ ਪਾਰਟਿਕੂਲਰ ਵਿਜੀਲੈਂਸ ਜਾਂ ਕਿਸੇ ਨੂੰ ਕੋਈ ਸਿੱਟ ਬਣਾ ਕੇ ਦੇਵਾਂਗੇ, ਉਹ ਇਹ ਇਨਕੁਆਇਰ ਕਰਕੇ ਦੱਸਣਗੇ ਕਿ ਕਿਹੜੇ ਆਫਿਸਰ ਕਿਹੜੇ ਸਮੇਂ ਕੀ ਉਹਨਾਂ ਨੇ ਗਲਤੀਆਂ ਕੀਤੀਆਂ ਔਰ ਕਿਉਂ ਇਹ ਕੰਮ ਕੀਤਾ। ਇੱਕ ਮਿੰਟ, ਉਹ ਕੰਪਲੀਟ ਤਾਂ ਕਰਨੀ। ਜਦੋਂ ਤੁਸੀਂ ਟਰਾਂਸਪੋਰਟ ਮੰਤਰੀ ਬਣੇ ਹੋ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਗਰਾਊਂਡ ਲੈਵਲ ਤੇ ਹੋਈ ਹੈ ਤੇ ਉਹ ਇਹ ਹੋਈ ਆ ਕਿ ਕਰਪਸ਼ਨ ਹੈ ਜਿਹੜੀ ਕਾਫੀ ਘਟੀ ਆ, ਔਰ ਨਾਲ ਦੀ ਨਾਲ ਜਿਹੜੇ ਅਧਿਕਾਰੀ ਨੇ ਉਹ ਵੀ ਟਾਈਮ ਤੇ ਆਉਣਾ ਸ਼ੁਰੂ ਹੋ ਗਏ ਨੇ। ਪਰ ਇਹਦੇ ਨਾਲ ਦੀ ਨਾਲ ਮੈਂ ਇੱਕ ਤੁਹਾਡੇ ਧਿਆਨ ਦੇ ਵਿੱਚ ਮਾਮਲਾ ਲਿਆਉਣਾ ਚਾਹਾਂਗੀ ਸਰ, ਡਬਲ ਡੈਕਰ ਬੱਸਾਂ ਨੇ
ਇਹ ਜਿਹੜੀਆਂ ਬੱਸਾਂ ਨੇ ਸਰ ਫੇਸ 6 ਮੋਹਾਲੀ ਦੇ ਥਾਣੇ ਦੇ ਵਿੱਚ ਜਿਹੜੇ ਨਾਲ ਦੇ ਥਾਣੇ ਨੇ ਜਿਨ੍ਹਾਂ ਦੇ ਵਿੱਚ ਫੇਸ 1 ਦਾ ਥਾਣਾ ਹੈ, ਮਟੌਰ ਦਾ ਥਾਣਾ ਹੈ, ਸੋਹਾਣੀ ਦਾ ਥਾਣਾ ਹੈ, ਫੇਸ 11 ਦਾ ਥਾਣਾ ਹੈ ਤੇ ਇਹਨਾਂ ਦੇ ਨਾਲ ਜਿਹੜੀਆਂ ਇਹ ਬੱਸਾਂ ਖੜਦੀਆਂ ਨੇ ਤੇ ਇਹਨਾਂ ਤੋਂ ਜਿਹੜੇ ਹੈਗੇ ਨੇ 1200 ਰੁਪਏ ਤੋਂ ਲੈ ਕੇ 1500 ਰੁਪਏ ਵਸੂਲਿਆ ਜਾਂਦਾ। ਸਰਕਾਰੀ ਪਾਰਕਿੰਗ ਦੇ ਵਿੱਚ ਇਹ ਬੱਸਾਂ ਖੜਦੀਆਂ ਨੇ, ਇਹਨਾਂ ਦੀ ਕੋਈ ਨਾ ਕੋਈ ਜਿਹੜੀ ਕਾਰਵਾਈ ਕੀਤੀ ਜ਼ਰੂਰ ਕਾਰਵਾਈ ਹੋਏਗੀ ਮੈਮ। ਅੱਜ ਮਟੌਰ ਦਾ ਥਾਣਾ ਜਾ ਕੇ ਵੇਖੋਗੇ ਤਾਂ ਬੱਸਾਂ ਨਾਲ ਭਰਿਆ ਪਿਆ 1.5 ਕਰੋੜ ਦੀਆਂ ਬੱਸਾਂ ਨਾਲ। ਅੱਜ ਹੀ ਜਾ ਕੇ ਵੇਖਿਆ ਉਹ, ਕਿਉਂਕਿ ਰਾਤ ਮਟੌਰ ਦੇ ਥਾਣੇ 'ਚ ਹੀ ਅਸੀਂ ਉਹ ਸਾਰੀਆਂ ਫੜ ਕੇ ਬੱਸਾਂ ਕਰਾਂਗੇ ਮੈਮ। ਪੰਜਾਬ ਦੀ ਜਿਹੜੀਆਂ ਸਲੀਪਰ ਬੱਸਾਂ ਨੇ ਉਹ ਹਾਈ ਕੋਰਟ ਦੀ ਔਰ ਪੀਆਈ ਪਈ ਸੀ, ਉਸ ਤੋਂ ਬਾਅਦ ਉਹ ਇਲੀਗਲ ਨੇ। ਸਾਡੇ ਬਾਈਕਲ ਐਕਟ ਦੇ ਵਿੱਚ ਕਿਤੇ ਪ੍ਰੋਵੀਜ਼ਨ ਨਹੀਂ ਹੈ, ਉਹ ਸਿਰਫ ਰਾਜਸਥਾਨ ਪਾਸ ਹੁੰਦੇ ਤੇ ਨਾਗਾਲੈਂਡ ਪਾਸ ਹੁੰਦੇ ਨੇ। ਹਿਮਾਚਲ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਤਾ, ਉਹ ਨਹੀਂ ਚੱਲਦੀਆਂ, ਪਰ ਪੰਜਾਬ ਦੇ ਵਿੱਚ ਚੱਲ ਰਹੀ ਹੈ, ਜਦੋਂ ਕਿ ਤੁਹਾਡੇ ਜਿਹੜਾ ਬਾਈਕਲ ਐਕਟ ਪ੍ਰੋਵੀਜ਼ਨ ਨਹੀਂ ਹੈ। ਪਰ ਸਲੀਪਰ ਕਲਾਸ ਬਾਰੇ ਸਲੀਪਰ ਇਟਸ ਅ ਨਾਟ ਟੂਰਿਸਟ ਰਾਈਟ, ਪਰ ਟੂਰਿਸਟ ਵਾਲਾ ਤਾਂ ਫਿਰ ਸਾਨੂੰ ਜਿਹੜੀ ਐਂਟਰੀ ਟੈਕਸ 5500 ਰੁਪਇਆ ਕੋਈ ਵੀ ਬੱਸ ਆ ਉਹ ਸਾਨੂੰ ਭਰਦੀ ਹੈ। ਜਿਹੜੀ ਬੱਸ ਨਹੀਂ ਭਰਦੀ, ਕੱਲ ਵੀ ਟੂਰਿਸਟ ਬੱਸਾਂ ਅਸੀਂ ਫੜੀਆਂ ਕਿਉਂਕਿ ਉਹ ਕੰਟਰੈਕਟ ਕੈਰੇਜ ਦੇ ਹਿਸਾਬ ਨਾਲ ਉਹਨਾਂ ਕੋਲੇ ਪਰਮਿਟ ਹੈਗਾ ਕਿ ਇੱਥਾ ਤੋਂ ਨਹੀਂ। ਆਈ ਐਮ ਨਾਟ ਅਵੇਅਰ ਕਿ ਨਹੀਂ ਮੈਂ ਨਹੀਂ ਮੈਂ ਜਿਹੜਾ ਸਿਰਫ ਨਾਗਾਲੈਂਡ ਪਾਸ ਹੁੰਦੇ ਜਾਂ ਰਾਜਸਥਾਨ ਚ ਪਾਸ ਨਹੀਂ, ਮੈਨੂੰ ਇਸ ਬਾਰੇ ਜਿਹੜੀ ਤੁਸੀਂ ਸਲੀਪਰ ਕਲਾਸ ਦੀ ਗੱਲ ਕੀਤੀ ਉਹਦੇ ਬਾਰੇ ਮੈਨੂੰ ਉਹਦੀ ਜਾਣਕਾਰੀ ਨਹੀਂ ਹੈ ਕਿ ਹਾਈ ਕੋਰਟ ਦੇ ਕੋਈ ਆਰਡਰ ਹੈਗੇ। ਲੇਕਿਨ ਅਗਰ ਉਹ ਕੰਟਰੈਕਟ ਕੈਰੇਜ ਤੇ ਚੱਲਦੀਆਂ, ਉਹ ਟੂਰਿਸਟ ਬੱਸਾਂ ਹੈ ਜਿਹੜੀਆਂ ਕੰਟਰੈਕਟ ਕੈਰੇਜ ਤੇ ਚੱਲਦੀਆਂ, ਉਹਨਾਂ ਨੇ ਸਾਨੂੰ ਐਂਟਰੀ ਤੇ 5500 ਰੁਪਏ ਦਾ ਟੈਕਸ ਭਰਨਾ ਹੁੰਦਾ ਹੈ ਜਾਂ 3 ਮਹੀਨਿਆਂ ਦਾ ਲਮਸਮ 90000 ਰੁਪਇਆ। I'm not aware, ਪਰ ਚੈੱਕ ਕਰ ਲਾਂਗੇ ਜੀ ਸ਼ਿਵਾ ਜੀ। ਇੱਕ ਮਿੰਟ ਸਰ, ਬਹੁਤ ਚਿਰ ਦੇ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਜਿਹੜੇ ਲੋਕਾਂ ਨੇ, ਜਿਹੜੇ ਅਧਿਕਾਰੀਆਂ ਨੇ, ਮੁਲਾਜ਼ਮਾਂ ਨੇ ਇਹਦੇ ਵਿੱਚ ਹੇਰਾਫੇਰੀ ਕੀਤੀ ਆ ਜਾਂ ਮਾਫੀਆ ਦਾ ਸਰਗਣਾ ਦੇ ਜਿਹੜੇ ਹੈਗਾ ਉਹਦਾ ਸਾਥ ਦਿੱਤਾ, ਉਹ ਸਵਾਲ ਪੁੱਛ ਰਹੇ ਨੇ ਚਾਵਲਾ ਸਾਹਿਬ, ਉਹਨੂੰ ਮੈਂ ਅੱਗੇ ਕੰਟੀਨਿਊ ਕਰ ਰਿਹਾ। ਇਸ ਸਾਰੀ ਜਿਹੜੀ ਤੁਸੀਂ ਸਿੱਟ ਬਣਾਉਂਗੇ, ਜਾਂਚ ਕਰਾਂਗੇ, ਇਹਦੇ ਵਿੱਚੋਂ ਕਲਰਕ, ਜੂਨੀਅਰ ਅਸਿਸਟੈਂਟ ਜਿਹੜੇ ਛੋਟੇ ਆ ਉਹੀ ਬੜੀ ਦੇ ਬੱਕਰੇ ਬਣਾਏ ਜਾਣਗੇ ਕਿ ਜਿਹੜੇ ਟੌਪ ਲੈਵਲ ਦੇ ਅਧਿਕਾਰੀ ਆ ਉਹਨਾਂ ਪਰ ਵੀ ਕਾਰਵਾਈ ਹੋਏਗੀ? ਦੇਖੋ ਜੀ, ਜਿਹਨੇ ਅਥਾਰਟੀ ਨੇ ਜਿਹਨੂੰ ਫੜਿਆ, ਚੈੱਕ ਕੀਤਾ, ਜਿਹਦੇ ਸਾਈਨ ਹੋਣਗੇ, ਜਿਹਨੇ ਉਹਦੀ ਉਲੰਘਣਾ ਕੀਤੀ, ਹੁਣ ਜਿਸ ਬੰਦੇ ਨੇ ਮੰਨ ਲਓ ਮੈਂ ਤੁਹਾਨੂੰ ਆਰਡਰ ਦੇਤੇ ਕੋਈ ਕੰਮ ਕਰਨ ਨੂੰ, ਬਿਲਕੁਲ ਨਾ ਕਰਦੇ ਤੁਸੀਂ ਅਗਰ ਗਲਤ ਸੀਗਾ ਤਾਂ, ਚਾਹੇ ਉਹ ਛੋਟਾ ਆਏਗਾ ਚਾਹੇ ਉਹ ਵੱਡਾ ਆਏਗਾ, ਸਭ ਨਾਲ ਇੱਕੋ ਜਿਹਾ ਉਹ ਰੱਖਿਆ ਜਾਏਗਾ। ਲੇਕਿਨ ਕਾਨੂੰਨ ਤਾਂ ਸਿਸਟਮ ਤਾਂ ਇਹ ਵੇਖਦਾ ਨਾ ਕਿ ਪ੍ਰੂਫ ਦੇ ਆਧਾਰ ਤੇ ਉਹਦੇ ਤੇ ਕਾਰਵਾਈ ਹੋਊਗੀ। ਮੈਂ ਤੁਹਾਨੂੰ ਇਹ ਕਹਿ ਦਾਂ ਕਿ ਇਕੱਲੇ ਵੱਡਿਆਂ ਤੇ ਹੀ ਹੋਊਗੀ ਤੇ ਇਕੱਲੇ ਛੋਟਿਆਂ ਤੇ ਨਹੀਂ ਹੋਏਗੀ, ਜਾਂ ਇਕੱਲੇ ਛੋਟਿਆਂ ਦੀ ਹੋਏਗੀ ਤੇ ਵੱਡਿਆਂ ਤੇ ਨਹੀਂ ਹੋਏਗੀ, ਇਹ ਮੈਂ ਅੱਜ ਨਹੀਂ ਨਾ ਕਹਿ ਸਕਦਾ। ਬੜੇ ਸਰ, ਮੈਂ ਇਸੇ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ। ਚਾਵਲਾ ਸਾਹਿਬ ਛਿਪੜੋਂ ਨਾਲ ਜਿਹੜੀ ਗੱਲ ਕੀਤੀ, ਚਿੰਤਾ ਵਾਲੀ ਗੱਲ ਹੈ। ਪਹਿਲੀ ਗੱਲ ਤੇ ਮੁਬਾਰਕਾਂ, ਜਦੋਂ ਕੋਈ ਮੰਤਰੀ ਪ੍ਰੈਸ ਕਾਨਫਰੰਸ ਕਰਦਾ ਤੇ ਪਤਾ ਲੱਗ ਜਾਂਦਾ, ਲੱਗਦਾ ਵੀ 9-10 ਸਾਲ ਦੇ ਅੰਕੜੇ ਤੁਸੀਂ ਆਪ ਹੀ ਕੱਢ ਕੇ ਲਏ ਜੇ, ਪੜ੍ਹੇ ਪੜ੍ਹਾਈ ਸੀਗੇ, ਚੰਗੀ ਗੱਲ ਹੈ। ਬੇਨਤੀ ਫਿਰ ਉਹੀ ਹੈ ਵੀ 600 ਕਰੋੜ ਰੁਪਏ ਦਾ ਟਰਾਂਸਪੋਰਟ ਤੇ ਘਪਲਾ ਹੋਇਆ, ਮਾਫੀਆ ਸੀ। ਇਹ ਬੱਸਾਂ ਚੱਲਦੀਆਂ ਸੀ, ਸਾਰਿਆਂ ਨੂੰ ਪਤਾ ਹੈ। ਬੜੇ ਤਾਂ ਤੁਹਾਨੂੰ ਵੀ ਪਤਾ ਹੋਊਗਾ ਕਿਹੜੇ ਅਫਸਰ ਲਗਾਤਾਰ ਪੰਜਾਬ ਨੂੰ ਚੂਸਦੇ ਰਹੇ ਸੀ। ਸਾਰਿਆਂ ਵੱਲੋਂ ਇਹੀ ਬੇਨਤੀ ਹੈ ਵੀ ਜੇ ਬੈਂਕ ਨੇ ਸੱਚੀ ਮੁੱਚੀ ਰਾਜਾ ਬਣਨਾ ਹੈ, 600 ਕਰੋੜ ਤੇ ਆ ਗਿਆ, ਜੇ ਉਹਨਾਂ ਦੇ ਜੇਬਾਂ 'ਚ ਪਿਆ ਰਿਹਾ ਤੇ ਫਾਇਦਾ ਕੋਈ ਨਹੀਂਗਾ। ਪਹਿਲੀ ਗੱਲ ਤੇ ਸਿੱਟ ਏਦਾਂ ਦੀ ਬਣਨੀ ਚਾਹੀਦੀ ਹੈ ਵੀ ਲੱਗੇ ਕੁਛ ਪੱਲੇ ਪਵੇ। ਦੂਸਰੀ ਮੇਰੀ ਬੇਨਤੀ ਛੋਟੀ ਜਿਹੀ ਹੈ ਕਿ ਡਿਊਟੀ ਪ੍ਰਸ਼ਾਸਨ 'ਚ ਪੰਜਾਬ ਦੇ 2 ਡੈਪੂਟੇਸ਼ਨ ਕੋਟੇ ਦੀਆਂ ਪੋਸਟਾਂ ਹੈ, ਇੱਕ ਜਨਰਲ ਮੈਨੇਜਰ ਤਾਂ ਸ਼ਾਇਦ ਇੱਕ ਵਰਕਸ ਮੈਨੇਜਰ ਦੀਆਂ। ਬੜੀ ਦੁੱਖ ਦੀ ਗੱਲ ਹੈ ਕਿ ਤੁਹਾਡੇ ਵਿਭਾਗ ਦੇ ਅਧਿਕਾਰੀਆਂ ਨੇ 4-5 ਸਾਲ ਪਹਿਲਾਂ ਡਿਊਟੀ ਪ੍ਰਸ਼ਾਸਨ ਨੇ ਪੈਨਲ ਮੰਗਿਆ, ਕਹਿੰਦੇ ਸਾਡੇ ਕੋਲ ਹੈ ਨਹੀਂ, ਤੁਸੀਂ ਆਪੇ ਕਰ ਲਓ। ਉੱਥੇ ਹਰਿਆਣੇ ਤੇ ਡਿਊਟੀ ਦੇ ਬੰਦੇ ਲੱਗੇ ਨੇ। ਕਾਈਂਡਲੀ ਇਹੋ ਜਿਹੇ ਅਫਸਰਾਂ ਨੂੰ ਵਰਜੋ ਤੇ ਪੰਜਾਬ ਚੰਡੀਗੜ੍ਹ 'ਚ 2 ਬੰਦੇ ਜ਼ਰੂਰ ਭੇਜੋ ਤਾਂ ਕਿ ਸਾਡਾ ਉੱਥੇ ਅਧਿਕਾਰ ਬਣਿਆ। ਬਾਈ ਮੰਡੇ ਭੇਜ ਦਿਆਂਗੇ ਜੀ, ਤੁਸੀਂ ਧਿਆਨ 'ਚ ਲਿਆਤਾ ਹੈ। ਮੰਡੇ ਤੋਂ ਟਿਊਜ਼ਡੇ ਨਹੀਂ ਹੋਏਗਾ, ਬਿਲਕੁਲ ਇਹ ਭੇਜ ਦਿੱਤੇ ਜਾਣਗੇ ਜੀ, ਪੈਨਲ ਭੇਜ ਦਿੱਤੇ। ਮੇਰਾ ਇੱਕ ਬੜਾ ਸਿੰਪਲ ਸਵਾਲ ਹੈ, 7 ਕਰੋੜ ਨਹੀਂ, ਉਹ ਉਹਨਾਂ ਨੇ ਉਹਨਾਂ ਨੇ ਰਿਕਵਰੀ ਨਹੀਂ, ਉਹਨੇ ਕਿਹਾ 600 ਕਰੋੜ ਰੁਪਏ ਦਾ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਐਸੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਤੁਸੀਂ ਸੱਚਮੁੱਚ ਦੇ ਰਾਜਾ ਬਣਨੇ ਚਾਹੁੰਦੇ ਹੋ ਤਾਂ ਇਹ ਨਾ ਹੋਵੇ ਸਿੱਟ ਐਸੀ ਬਣੇ ਜਿਹੜੀ ਕਾਰਵਾਈ ਕਰੇ। ਉਹਨਾਂ ਦਾ ਸਵਾਲ ਨਹੀਂ ਉਹਨੇ ਕੀ ਕਿਹਾ ਰਿਕਵਰੀ, ਮੈਨੂੰ ਉਹਨਾਂ ਨੇ ਨਹੀਂ ਉਹ ਤੁਸੀਂ ਸਵਾਲ ਕਰ ਸਕਦੇ ਹੋ, ਬਟ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਉਹ ਇਹ ਨਾ ਹੋਵੇ ਵੀ ਨਕਲੀ ਵਕਲੀ ਸਿੱਟ ਹੋਵੇ, ਚੰਗੀ ਤਰ੍ਹਾਂ ਤਕੜਾ ਹੱਥ ਪਾਇਓ। ਦੂਸਰਾ ਉਹਨਾਂ ਨੇ ਸੁਝਾਅ ਦਿੱਤਾ
ਕਿ ਯੂਟੀ 'ਚ ਤੁਸੀਂ ਪੈਨਲ ਸਭ ਦਾ ਹੈਗਾ, ਤੁਹਾਡੇ ਤੋਂ ਮੰਗਿਆ ਗਿਆ, ਤੁਹਾਡੇ ਕੋਲ ਟਾਈਮ ਹੀ ਨਹੀਂ ਸੀਗਾ। ਮੈਂ ਉਹਨਾਂ ਨੂੰ ਕਿਹਾ ਕਿ ਮੰਡੇ ਦੇ ਵਿੱਚ ਮੰਡੇ ਬਾਈ ਮੰਡੇ ਓਨਲੀ ਅਸੀਂ ਆਪਦਾ ਪੈਨਲ ਭੇਜ ਦਿੰਦੇ। ਯਾਰ ਹੁਣ ਆਪਦਾ ਸਵਾਲ ਆਪਦੀ ਮਰਜ਼ੀ ਨਹੀਂ ਬਣਾ ਲਓਗੇ। ਰਿਕਵਰੀ ਪ੍ਰੋਵੀਜ਼ਨ, ਵਾਟ ਇਜ਼ ਦਾ ਰਿਕਵਰੀ ਪ੍ਰੋਵੀਜ਼ਨ ਪਲੀਜ਼। ਜਦੋਂ ਉਹਨਾਂ ਤੇ ਕਾਰਵਾਈ ਹੋਏਗੀ, ਜਿਹੜੀ ਸਿੱਟ ਬਣੇਗੀ ਕਿ ਇਹਨਾਂ ਕਰਕੇ 600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਨੈਚੁਰਲੀ ਉਹੀ ਰਿਕਵਰੀ ਹੈ, ਉਹੀ ਦੱਸਾਂਗੇ ਕਿ ਇਹਨਾਂ ਤੋਂ ਹੀ ਰਿਕਵਰੀ ਲੈਣੀ ਹੈ ਜਿੰਨਾ ਕਰਕੇ ਹੋਇਆ। ਇਹ ਕਲਪਰੇਟ ਲੋਕ ਨੇ, ਇਹਨਾਂ ਕਰਕੇ 600 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਾਂ ਤਾਂ ਉਹ ਰਿਕਵਰੀ ਦੇ ਦੇਣਗੇ ਜਾਂ ਉਹ ਜੇਲ੍ਹ ਜਾਣਗੇ। जो टैक्स ਜਿਹੜਾ ਮਾਫ ਕੀਤਾ ਤੁਸੀਂ ਲੈ ਆਏ ਹੋ राजा जी मेरा बड़ा सिंपल था 7 करोड़ रुपए बने ते जांच होएगी ऑफिसर्स ਨੂੰ ਕਹੂੰਗਾ ਬਟ ਤੁਸੀਂ ਆਪਣੀ ਕਦਾਂ ਦੇ ਪਹਿਲਾਂ ਕਿਹਾ ਹੈ ਕਿ ਸੀਐਮ ਕੰਪਰੋਮਾਈਜ਼ ਸੀ ਸੀਐਮ ਦੇ ਖਿਲਾਫ ਕੋਈ ਇਨਵੈਸਟੀਗੇਸ਼ਨ ਕਰਵਾਓ। ਸਾਹਿਬ ਜੀ ਗੱਲ ਇਹ ਹੈ, ਤੁਸੀਂ ਐਵੇਂ ਮੇਰੇ ਤੋਂ ਕੋਈ ਮੇਰੇ ਮੂੰਹ 'ਚ ਕੋਈ ਗੱਲ ਪਾਉਣਾ ਚਾਹੁੰਦੇ ਹੋ। ਸੀਐਮ ਦੇ ਖਿਲਾਫ ਜਿਹੜੀ ਇਨਕੁਆਇਰੀ ਜੋ ਵੀ ਕਰਨਾ ਹੈ, ਮੈਂ ਇਹ ਕਿਹਾ ਕਿ ਇਹ ਇਨਕੁਆਇਰੀ ਹੋਏਗੀ। ਇਹ ਇਨਕੁਆਇਰੀ ਦੇ ਵਿੱਚ ਇਹ ਪਤਾ ਲੱਗੇਗਾ ਕਿਹਦੇ ਕਰਕੇ ਇਹ ਨੁਕਸਾਨ ਹੋਇਆ ਹੈ ਜਾਂ ਕਿਸ ਬੰਦੇ ਨੇ ਕਰਾਇਆ ਹੈ। ਕਿਸੇ ਨੂੰ ਤਾਂ ਬਿਆਨ ਦੇਣੇ ਪੈਣਗੇ ਨਾ। ਅਗਰ ਕੋਈ ਬੰਦਾ ਇਹ ਬਿਆਨ ਦੇ ਦੇਗਾ ਕਿ ਸੀਐਮ ਸਾਹਿਬ ਨੇ ਤਾਂ ਮੈਨੂੰ ਉਹਦਾ ਫੋਨ ਆਇਆ ਸੀ, ਮੈਂ ਤਾਂ ਤਦ ਕੀਤਾ ਹੈ, ਉਹ ਤਾਂ ਉਹਦੇ ਬਿਆਨ ਦੇਣੇ ਪੈਣਗੇ ਨਾ ਉਹਨੂੰ। ਮੈਂ ਇਕੱਲਾ ਕਹੀ ਜਾਵਾਂਗਾ, ਉਹ ਗੱਲ ਨਹੀਂ ਨਾ ਬਣੇਗੀ। ਜੇ ਉਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਖਿਲਾਫ ਇਨਕੁਆਇਰੀ ਹੋਏਗੀ, ਕੱਲ ਨੂੰ ਉਹ ਇਸ ਗੱਲ ਦੀ ਗਵਾਹੀ ਦੇਣਗੇ ਜਾਂ ਕੋਈ ਗੱਲ ਦੇਣਗੇ ਜਾਂ ਕੋਈ ਪ੍ਰੂਫ ਦੇਣਗੇ, ਤਦ ਕੁਝ ਵੀ ਹੋ ਸਕਦਾ ਹੈ। ਬੀਟ ਐਨੀ ਵੱਡੀ, ਬੀਟ ਰਾਜਾ ਵੜਿੰਗ। बट मैं ये नहीं कह रहा कि अमरिंदर सिंह खिलाफ कोई वो कर रहे हैं, मैं सीधा ये भी कह रहा हूं इंक्वायरी होएगी, जो भी और आएगा। हाँ जी राजा जी बड़ा सिंपल सा, आपने 7 करोड़ रुपए भी आपने कहा कि हमने जो है ना रिकवरी हमारी वापस आ गई टैक्स जो कि आप कितना टैक्स बकाया है प्राइवेट ट्रांसपोर्टर पे, कितना टैक्स बकाया है अब कितने सालों से जो हमने वेव ऑफ किया? नहीं, इट्स 95। अभी बकाया होगा इस साल का पूरा बकाया खड़ा है हमारा। मेरे को लगता लगभग कुछ लोग पैसा आ गया है हमारे पास। मेरे पास सही उसके आंकड़े नहीं है। 69 वेव ऑफ हुआ है लास्ट ईयर, 9 महीनों का 69 वेव ऑफ हुआ था। और अभी हमारे पास 7 करोड़ 12 महीने, मतलब कि 10 महीने हो गए, नवंबर चल रहा है, 11 और 12। यू हैव एनी आइडिया? और 7 करोड़ रुपया अगर हमें आया है तो मेरे को लगभग ये 100 करोड़ का तकरीबन 1 साल का हमारा टैक्स बन जाता है, अप टू 100 CR। तो हमें किसी ने टैक्स अभी तक भरा नहीं है, हमारे पास ये 7 करोड़ ही आया है। यानी कि 97 लाख रुपीस का भी पेंडिंग है। 97 करोड़ लैक्स हाँ आप 95 नहीं 97 क्यों हुआ? अगर 100 में से ये 7 आया हुआ तो 93 हुआ ना। 91-92 करोड़ हो सकता है, एग्जैक्ट फिगर नहीं है, लेकिन हो सकता है 90-91 करोड़ हो। मैं अपने प्रेस नोट में आपको डाल के भेज दूंगा वो फिगर। बिल्कुल टैक्स वो टैक्स है 9 महीने ਦਾ ਪਿਛਲੇ ਸਾਲ ਕੋਵਿਡ ਦਾ ਇਹਨਾਂ ਨੂੰ ਟੈਕਸ ਮਾਫ ਹੋਇਆ ਹੋਇਆ ਸੀਗਾ ਪੂਰੀਆਂ ਬੱਸਸ ਨੂੰ। ਜਿਹੜੇ ਲੋਕ ਅੱਜ ਚਲਾ ਰਹੇ ਨੇ ਉਹਨਾਂ ਨੂੰ ਕੇਵਲ 9 ਮਹੀਨਿਆਂ ਦਾ ਟੈਕਸ ਆਲਰੇਡੀ ਮਾਫ ਹੋਇਆ ਹੋਇਆ, ਜਿਹਦੇ ਚੋਂ ਘੱਟੋ ਘੱਟ 10 ਕਰੋੜ ਰੁਪਇਆ ਫਾਇਦਾ ਫਿਰ ਅਹਿਮਦ ਸ਼ਾਹ ਅਬਦਾਲੀ ਵਾਲਿਆਂ ਨੂੰ ਹੀ ਹੋਇਆ ਹੋਣਾ ਜਦੋਂ ਟੈਕਸ ਵੇਵ ਆਫ ਹੋਇਆ। ਸੁਖਬੀਰ ਸਿੰਘ ਬਾਦਲ ਤੁਸੀਂ ਬਾਦਲ ਦੀਆਂ ਬੱਸਾਂ ਦੀ 에어ਪੋਰਟ ਜਾਂਦੀਆਂ ਜਿਹੜੀਆਂ ਉਹ ਜਿਹੜੀਆਂ ਉਹਨਾਂ ਦੀ ਰਨ ਸਟੇਟ ਦੇ ਵਿੱਚ ਹੈ, ਉਹ ਚੈੱਕ ਨਹੀਂ ਕੀਤਾ ਵੀ ਕੰਟਰੈਕਟ ਕੈਰੇਜ ਦੀ ਵਾਇਲੇਸ਼ਨ, ਸਟੇਟ ਕੈਰੇਜ ਦੀ ਵਾਇਲੇਸ਼ਨ ਕੀਤਾ ਸਰ। ਅੱਜ ਹੀ 4 ਫੜੀਆਂ ਉਹਦੇ ਤੇ, ਕਿਉਂਕਿ ਜਿਹੜੀਆਂ ਬੱਸਸ ਇਹਨਾਂ ਦੀਆਂ ਚੱਲ ਰਹੀਆਂ ਵਿੱਚ ਅਸੀਂ ਨਾਲ ਮੀਡੀਆ ਵਾਲੇ ਸੀ, ਉਹਨਾਂ ਨੇ ਚੈੱਕ ਕੀਤਾ ਕਿ ਕੋਈ ਅੱਜ ਸਿਰਸਾ ਤੋਂ ਬੱਸ ਆਈ ਹੈ, ਕੰਟਰੈਕਟ ਕੈਰੇਜ ਦੀ ਬੱਸ ਹੈ ਉਹ, ਤੇ ਉਹ ਸਟੇਜ ਕੈਰੇਜ ਦਾ ਨੂੰ ਚੱਲ ਰਹੀ ਹੈ। ਅਸੀਂ ਰਾਹ ਦੇ ਵਿੱਚ ਉਹ ਸਵਾਰੀਆਂ ਪੁੱਛੀਆਂ, ਕੋਈ ਕਹਿੰਦੇ ਸਰਦੂਲਗੜ੍ਹ ਤੋਂ ਚੜੇ ਆ, ਕੋਈ ਕਹਿੰਦੇ ਐਲਨਾਬਾਦ ਤੋਂ ਚੜੇ ਆ, ਕੋਈ ਕਹਿੰਦੇ ਅਸੀਂ ਮਾਨਸਾ ਤੋਂ ਚੜੇ ਆ। ਟੈਕਸ ਉਹਦੇ ਚ ਵੀ ਉਹ ਤਾਂ ਹਜੇ ਤੁਹਾਨੂੰ ਅੰਕੜੇ ਹੀ ਨਹੀਂ ਦਿੱਤੇ, ਉਹ ਅਗਲੀ ਪ੍ਰੈਸ ਕਾਨਫਰੰਸ ਦੇਵਾਂਗੇ। ਜਿਹੜੇ ਲੋਕ ਟੂਰਿਸਟ ਬੱਸ ਕਹਿ ਕੇ ਉਹਨੂੰ ਸਟੇਜ ਕੈਰੇਜ ਚਲਾ ਰਹੇ ਨੇ, ਰਾਸਤੇ 'ਚੋਂ ਸਵਾਰੀਆਂ ਚੜਾਉਂਦੇ ਜਾ ਰਹੇ ਨੇ। ਟੂਰਿਸਟ ਪਰਮਿਟ ਦਾ ਮਤਲਬ ਹੈ ਵੀ ਇੱਕ ਥਾਂ ਤੋਂ ਸਵਾਰੀ ਚੱਕਣੀ ਐਂਡ ਦੂਸਰੀ ਥਾਂ ਤੇ ਉਤਾਰਨੀ, ਵਿਚਾਲੋਂ ਤੁਸੀਂ ਸਵਾਰੀ ਬੁਕਿੰਗ ਲੈ ਕੇ ਨਹੀਂ ਚੱਕ ਸਕਦੇ। ਉਹਨਾਂ ਦਾ ਟੈਕਸ ਵੱਖਰਾ ਹੈ ਤੇ ਟੂਰਿਸਟ ਦਾ ਔਰ ਸਟੇਜ ਕੈਰੇਜ ਦਾ ਟੈਕਸ ਵੱਖਰਾ ਹੈ। हाँ जी नहीं वो जी एक ਤਾਂ ਅੱਜ ਇੰਡੋ ਕੈਨੇਡੀਅਨ ਫੜੀ ਹੈ,
ਇੱਕ ਉਸ ਤੋਂ ਪਹਿਲਾਂ ਫੜੀ ਗਈ ਸੀ ਇੰਡੋ ਕੈਨੇਡੀਅਨ, ਬਟ ਉਹ ਜਿਹੜੀਆਂ 에ਅਰਪੋਰਟ ਬੱਸਸ ਨੇ ਉਹ ਵਾਇਆ ਕੁਝ ਜਲੰਧਰ ਤੋਂ ਚੱਲਦੀਆਂ ਨੇ, ਕੁਝ ਅੰਮ੍ਰਿਤਸਰ ਤੋਂ ਚੱਲਦੀਆਂ ਨੇ, ਕੁਝ ਲੁਧਿਆਣੇ ਤੋਂ ਚੱਲਦੀਆਂ ਨੇ। ਜਲਦੀ ਤੁਹਾਨੂੰ ਉਹਨਾਂ ਦੀ ਵੀ ਖੁਸ਼ਖਬਰੀ ਦੇ ਦੇਣਗੇ। ਫੇਰ ਦਾ ਰੈਗੂਲੇਸ਼ਨ ਕੋਈ ਨਹੀਂ, ਉਹ 1000 ਰੁਪਇਆ ਚਾਰਜ ਕਰਦੇ, 1500 ਕਰਦੇ ਨੇ ਚਾਰਜ। ਤੁਹਾਡੇ ਰੋਡਵੇਜ਼ ਦਾ ਜਿਹੜੀ ਬੱਸ ਚੱਲਦੀ ਉਹਦਾ ਫੇਰ ਘੱਟ ਹੈ, ਇਹਦੇ ਤੇ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੋ ਸਕਦਾ। ਕੰਟਰੋਲ ਹੋ ਸਕਦਾ ਜੀ, ਕਿਉਂ ਨਹੀਂ? ਉਹ ਨਹੀਂ ਤੁਸੀਂ ਜਿਹੜੀ ਸਟੇਜ ਕਰ ਰਹੇ ਜੇ ਉਹ ਟੂਰਿਸਟ ਬੱਸਸ ਨੇ, ਹਾਂਜੀ ਉਹ ਸਾਨੂੰ ਟੂਰਿਸਟ ਜਿਹੜੀ ਬੱਸ ਹੈ ਉਹਦੇ ਤੇ ਸਾਨੂੰ ਉਹਨਾਂ ਨੇ ਟੂਰਿਸਟ ਵਾਲਾ ਟੈਕਸ ਦੇਣਾ 5500 ਰੁਪਏ ਐਂਟਰੀ ਟੈਕਸ, ਰਾਈਟ? 에ਅਰਪੋਰਟ ਵਾਲੀ ਉਹ ਦੈਟ ਕਾਲ ਅ ਟੂਰਿਸਟ ਬੱਸ। ਉਹ ਕਹਿੰਦੇ ਆ ਕਿ ਅਸੀਂ ਅੰਮ੍ਰਿਤਸਰ ਤੋਂ ਪੈਸੇਂਜਰ ਚੱਕਦੇ ਹਾਂ ਤੇ 에ਅਰਪੋਰਟ ਤੇ ਛੱਡਦੇ ਹਾਂ, ਤੇ 에ਅਰਪੋਰਟ ਤੋਂ ਚੱਕਦੇ ਹਾਂ ਤੇ ਜਲੰਧਰ ਛੱਡਦੇ ਹਾਂ। ਲੇਕਿਨ ਉਹ ਜਿਹੜੀ ਚੱਲਦੀ ਹੈ ਉਹ ਰਾਸਤੇ ਤੋਂ ਵੀ ਆਪਦੇ ਪੈਸੇਂਜਰ ਚੜਾਉਂਦੀ ਆਉਂਦੀ ਹੈ। ਉਹ ਟੈਕਸ ਦੇ ਵਿੱਚ ਕਿਤੋਂ ਰਾਜਪੁਰੋਂ ਚੜਾ ਲਿਆ, ਕਿਤੋਂ ਅੰਬਾਲਿਓਂ ਚੜਾ ਲਿਆ। नहीं कोई और फेयर कंट्रोल नहीं, बट वी डोंट हैव एनी मॉनिटर सिस्टम। कॉन्ट्रैक्ट है सर अपना मर्जी। व्हाट ही सेज कि ओरा कंट्रैक्ट है, इफ इट इज अ टूरिस्ट बस सानू उन्होंने 5500 रुपया टैक्स देता, ਅਸੀਂ ਉਹਦੇ ਤੇ ਕੋਈ ਜੇ ਪੈਸੇਂਜਰ ਪੁਲਿਸ ਹੋ ਰਿਹਾ ਉਹ ਕਿਹਦੇ ਕੋਲ ਜਾਵੇ ਕੰਪਲੇਂਟ ਕਰਨ? ਅਥਾਰਟੀ ਕਿਹੜੀ ਹੈ? ਆਪਣੇ ਅਥਾਰਟੀ ਨਹੀਂ ਪਰ ਉਹ ਪਟਿਆਲੇ ਤੋਂ ਆਇਆ, ਜਲੰਧਰ ਤੋਂ ਚੜਿਆ। हाँ मैं कंप्लेंट करती हूँ 1500 रुपए नहीं चढ़ जाए वो प्राइवेट पे ना चढ़े, हमारे वाली पे चढ़ जाए। नहीं आती है दिल्ली से बहुत सारी बसें, नहीं आती है, काफी बसेस है सर। दैट इज द प्रॉब्लम, बट थिंग इज कि ਅਸੀਂ ਜਦੋਂ ਉਹਨੂੰ ਟੂਰਿਸਟ ਪਰਮਿਟ ਦੇਤਾ ਟੂਰਿਸਟ ਪਰਮਿਟ ਤੇ ਅਸੀਂ ਆਪਦਾ ਟੈਕਸ, ਆਪਦਾ ਸਟੇਟ ਦਾ ਟੈਕਸ ਲੈ ਲਿਆ, ਉਸ ਤੋਂ ਬਾਅਦ ਉਹ ਆਪਦੀ ਮਰਜ਼ੀ ਕਰ ਰਹੇ। ਪਰ ਠੀਕ ਹੈ, ਇਹ ਚੰਗਾ ਸੁਝਾਅ ਹੈ ਤੁਹਾਡਾ। ਬੱਸ ਆਈ ਹੈ ਅगर ਤੁਸੀਂ ਕਹਿ ਰਹੇ ਹੋ ਕਿ ਉਹਨਾਂ ਤੱਕ ਸ਼ੁਰੂ ਤੇ ਜੇ ਬਾਰਡਰ ਤੇ ਪਹੁੰਚੀ ਤਾਂ ਉੱਥੇ ਅਧਿਕਾਰੀ ਹੋਣੇ ਚਾਹੀਦੇ, ਉਹ ਚੈੱਕ ਕਰੇ ਉਹਨੂੰ ਬਕਾਇਦਾ ਬੱਸ ਦੇ ਜਿਹੜੀ ਬਾਰਡਰ ਟੱਪ ਕੇ ਪੰਜਾਬ ਚ ਐਂਟਰ ਹੋਈ ਹੈ, ਸਾਰੇ ਬਾਰਡਰ ਤੇ। ਯਾਰ ਹਰ ਬਾਰਡਰ ਤੇ ਅਸੀਂ ਬੰਦਾ ਥੋੜੀ ਲਾ ਸਕਦੇ ਹਾਂ, ਬਟ ਆਉਣ ਵਾਲੇ ਸਮੇਂ 'ਚ ਐਸਾ ਸਿਸਟਮ ਜ਼ਰੂਰ ਕ੍ਰੀਏਟ ਕਰ ਦਿੱਤਾ ਜਾਏਗਾ ਕਿ ਕੋਈ ਬੱਸ ਵਿਦਆਊਟ ਟੈਕਸ ਪੰਜਾਬ 'ਚ ਐਂਟਰ ਨਹੀਂ ਹੋਏਗੀ। ਕਿਉਂਕਿ ਜਦੋਂ ਇੱਕ ਬੱਸ ਨੂੰ ਇੰਪਾਊਂਡ ਕੀਤਾ ਜਾਂਦਾ ਉਹਦੇ 4 ਦਿਨ ਲੱਗਦੇ ਹੈ, 4 ਦਿਨ ਲੱਗਦੇ ਉਹਨੂੰ ਛੁੱਟਣ ਛਡਾਉਣ ਦੇ ਵਿੱਚ। ਅਗਲੇ ਦੀਆਂ 3-4 ਦਿਹਾੜੀਆਂ ਖਰਾਬ ਹੁੰਦੀਆਂ। ਕੋਈ ਵੀ ਬੰਦਾ ਜਦੋਂ ਅਸੀਂ ਇੱਕ ਬੱਸ ਇੰਪਾਊਂਡ ਕਰ ਦਿਆਂਗੇ, ਮੈਨੂੰ ਨਹੀਂ ਲੱਗਦਾ ਕਿ ਫਿਰ ਉਹ ਟੈਕਸ ਤੋਂ ਬਿਨਾਂ ਚੱਲੇਗਾ। ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੰਪਰੋਮਾਈਜ਼ ਸੀਐਮ ਰਹੇ ਨੇ, ਸੁਨੀਲ ਜਾਖੜ ਜੀ ਵੱਲੋਂ ਅੱਜ ਟਵੀਟ ਕੀਤਾ ਗਿਆ, ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕੰਪਰੋਮਾਈਜ਼ ਸੀਐਮ ਬੋਲਿਆ। नहीं आई डोंट नो जी, मैं ट्वीट वो देखा नहीं गा, सो मैं अच्छा नहीं ਤੁਸੀਂ ਹੁਣੇ ਆਇਆ ਹੋਣਾ ਹੈ, ਹੁਣੇ ਇਹ ਤੁਸੀਂ ਜਾਖੜ ਸਾਹਿਬ ਨੂੰ ਤੁਹਾਨੂੰ ਪੁੱਛ ਲੈਣਾ ਚਾਹੀਦਾ ਕਿ ਉਹਨਾਂ ਨੇ ਚੰਨੀ ਸਾਹਿਬ ਨੂੰ ਕੰਪਰੋਮਾਈਜ਼ ਚੀਫ ਮਿਨਿਸਟਰ ਕਿਹੜੇ ਸੰਕਲਪ ਚ ਕਿਹਾ। ਚਲੋ ਉਹ ਤਾਂ ਮੇਰੇ ਖਿਆਲ ਕਹਿ ਦੇ, ਜੇ ਏਜੀ ਵਾਲੇ ਮਸਲੇ ਚ ਹੋਇਆ ਤਾਂ ਫਿਰ ਕੀ ਗੱਲ ਹੈ, ਫਿਰ ਕੋਈ ਗੱਲ ਨਹੀਂ, ਇਹ ਤਾਂ ਹੋ ਹੀ ਜਾਂਦਾ ਹੈ, ਪਾਰਟੀ ਦਾ ਕੰਮ ਹੈ। ਕਿਸੇ ਨੇ ਕੰਪਰੋਮਾਈਜ਼ ਕਰ ਲਿਆ ਕਿ ਵੀ ਏਜੀ ਨੇ ਉਤਰਨਾ ਹੈ ਜਾਂ ਨਹੀਂ ਜਾਣਾ, ਮੈਨੂੰ ਨਹੀਂ ਲੱਗਦਾ ਇਹਦੇ ਚ ਕੋਈ ਵੱਡੀ ਗੱਲ ਹੈ ਜੀ। ਜੇ ਉਹਨੇ ਮੈਂ ਕੰਪਰੋਮਾਈਜ਼ ਚੀਫ ਮਿਨਿਸਟਰ ਵੈਸੇ ਤਾਂ ਹੋਣਾ ਚਾਹੀਦਾ। ਮੈਂ ਇਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ, ਜਿਨ੍ਹਾਂ ਦੇ ਮੁੱਦਿਆਂ ਦੇ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ, ਜਿਨ੍ਹਾਂ ਦੀਆਂ ਸੌਹਾਂ ਖਾਧੀਆਂ ਸਨ, ਉਹ तमाम ਮੁੱਦਿਆਂ ਨੂੰ ਸਿੱਕੇ ਟੰਗ ਕੇ ਉਹਨਾਂ ਲੋਕਾਂ ਨਾਲ ਸਮਝੌਤਾ ਕਰਕੇ ਬਹਿ ਗਏ ਕਿ ਮੈਂ ਇਹ ਨਹੀਂ ਕਰਾਂਗਾ। ਇਹ ਹੈ ਕਿ ਪਾਰਟੀ 'ਚ ਸਮਝੌਤਾ। ਹੁਣ ਮੈਂ ਮੰਨ ਲਓ, ਅਗਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਕਰਕੇ ਉਹ ਟਵੀਟ ਕੀਤਾ, ਸਰਕਾਰ ਕੌਣ ਚਲਾ ਰਿਹਾ ਇਹ ਟਵੀਟ ਕੀਤਾ, ਨਾਲ ਹੀ ਉਹਨਾਂ ਨੇ ਕਿਹਾ ਕਿ ਰੇਡੀਓ ਡਰਾਮਾ ਟਾਈਪ ਚੱਲ ਰਿਹਾ। ਚਲੋ ਉਹ ਜਾਖੜ ਸਾਹਿਬ ਦਾ ਸੋਚਣਾ ਹੈ, ਪਰ ਸਰਕਾਰ ਮੈਨੂੰ ਲੱਗਦਾ ਕਿ ਮਿਲ ਕੇ ਚੱਲ ਰਹੀ ਹੈ, ਕੋਈ ਐਸੀ ਗੱਲ ਨਹੀਂ। ਕੱਲ ਆਮ ਖੁਦ ਕਿਹਾ ਚੀਫ ਮਿਨਿਸਟਰ ਸਾਹਿਬ ਨੇ ਕਿ ਕ੍ਰਿਟਿਸਿਜ਼ਮ ਹੋਣਾ ਚੰਗੀ ਗੱਲ ਹੈ। ਮੈਨੂੰ ਤਾਂ ਇਹ ਬਹੁਤ ਜ਼ਿਆਦਾ, ਹੁਣ ਕੱਲ ਨੂੰ ਕੋਈ ਬੰਦਾ ਮੈਨੂੰ ਕਹੇਗਾ ਕਿ ਟਰਾਂਸਪੋਰਟ ਮਹਿਕਮੇ ਚ ਆ ਨਹੀਂ ਹੋ ਰਿਹਾ, ਨੌਸ਼ੀਦ ਸਿੰਘ ਕਿ ਉੱਥੇ ਬੱਸਾਂ ਹੈਗੀਆਂ, ਤੇ ਮੈਂ ਉਹਨਾਂ ਦੇ ਕੱਲ ਨਿਗਾਹ ਰੱਖਾਂਗਾ। ਉਹਨਾਂ ਨੇ ਰਾਜਨੀਤ ਸੈਡ ਕਿ ਬਈ ਉਹ ਜਿਹੜੀਆਂ 에ਅਰਪੋਰਟ ਤੇ ਜਾਂਦੀਆਂ ਬੱਸੇਸ, ਮੈਂ ਉਹਨੂੰ ਕਹਾਂ ਕਿ ਕੋਈ ਐਸੀ ਗੱਲ ਹੈ, ਕ੍ਰਿਟਿਸਿਜ਼ਮ ਹੋਣਾ ਚਾਹੀਦਾ ਹੈ, ਔਰ ਉਹਨਾਂ ਮੁੱਦਿਆਂ ਤੇ ਅਗਰ ਕੰਪਰੋਮਾਈਜ਼ ਕਰਕੇ, ਕਿਉਂਕਿ ਪਾਰਟੀ ਤੇ ਸਰਕਾਰ ਇਕੱਠੇ ਹੀ ਚੱਲ ਸਕਦੀਆਂ ਹਨ, ਬਿਲਕੁਲ ਕੋਈ ਇਹ ਡਰਾਮਾ ਨਹੀਂ ਹੈ। ਨਵੀਆਂ ਬੱਸਾਂ ਕਦੋਂ ਤੱਕ ਪੈ ਰਹੀਆਂ ਨੇ? ਪੁਰਾਣੀਆਂ ਬੱਸਾਂ ਦੀਆਂ ਆਪਦੀਆਂ ਬੜੀਆਂ ਜਾ ਰਹੀਆਂ ਨੇ ਜਿਹੜੀਆਂ ਪੀਆਰਟੀ ਨਵੀਆਂ ਬੱਸਾਂ ਜੀ, ਨਵੀਆਂ ਬੱਸਾਂ ਦਾ ਟੈਂਡਰ ਹੋ ਚੁੱਕਿਆ ਜੀ, ਬੋਡੀ ਟੈਂਡਰ ਵੀ ਹੋ ਚੁੱਕਿਆ ਜੀ। ਸਾਨੂੰ 1 ਮਹੀਨੇ ਦੇ ਵਿੱਚ ਨਵੀਆਂ ਬੱਸਾਂ 842 ਦੇ ਵਿੱਚੋਂ ਕੋਈ 200-300 ਬੱਸ ਆਉਣੀ ਸ਼ੁਰੂ ਹੋ ਜਾਏਗੀ। ਅੰਮ੍ਰਿਤਸਰ ਦੇ ਵਿੱਚ ਨਾ ਸਰ ਡੈਵਲਪਮੈਂਟ ਸਿਟੀ ਹੈ, ਉਹਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਕਾਫੀ ਬੱਸਾਂ ਜਿਹੜੀਆਂ ਹੈਗੀਆਂ ਨੇ ਖੜੀਆਂ ਹੋਈਆਂ ਨੇ, ਤੇ ਪ੍ਰਾਈਵੇਟ ਬੱਸਾਂ ਵਾਲੇ ਜਿਹੜੇ ਨੇ ਚਲਾ ਰਹੇ ਨੇ। ਉਹ ਨਹੀਂ ਜੀ ਨਹੀਂ, ਉਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਅਸੀਂ ਆਪਦੇ ਫੇਸ ਤੇ ਪਾ ਦਿੱਤਾ। ਉਹ ਕਿਲੋਮੀਟਰ ਸਕੀਮ ਦੀਆਂ ਸਾਡੀਆਂ ਬੱਸਾਂ ਸੀਗੀਆਂ, ਜਿਨ੍ਹਾਂ ਦੇ ਪ੍ਰਾਈਵੇਟ ਆਪਰੇਟਰਸ ਦੀਆਂ ਉਹ ਬੱਸਾਂ ਹੈ,
ਲੇਕਿਨ ਉਹਨਾਂ ਤੇ ਪੇਂਟ ਸਾਡਾ ਹੋਇਆ ਕਿਉਂਕਿ ਉਹ ਸਾਡੇ ਕਿਲੋਮੀਟਰ ਸਕੀਮ 'ਚ ਚੱਲਦੀਆਂ ਸੀ, ਲੇਕਿਨ ਉਹਨਾਂ ਨਾਲ ਐਗਰੀਮੈਂਟ ਸਾਡਾ ਕੈਂਸਲ ਹੋ ਚੁੱਕਿਆ ਹੈ, ਉਹ ਐਕਸਪਾਇਰ ਹੋ ਚੁੱਕਿਆ। ਉਹ ਇਸ ਕਰਕੇ ਪ੍ਰਾਈਵੇਟ ਜਿਹੜੇ ਆਪਰੇਟਰਸ ਆ ਉਹਨਾਂ ਦੀਆਂ ਬੱਸਾਂ ਉਹ ਖੜੀਆਂ ਜਿਨ੍ਹਾਂ ਦੀ ਵੀਡੀਓ ਚੱਲ ਰਹੀ ਹੈ। ਥੈਂਕ ਯੂ ਸਰ। ਇੱਕ ਮਿੰਟ ਤੁਸੀਂ ਕਰ ਲਏ ਸਰ 3 ਸਵਾਲ। ਹਾਂਜੀ, ਪਾਣੀ ਵਾਲੀ ਬੱਸ ਦਾ ਕੀ ਸਟੇਟਸ ਹੈਗਾ? ਪੰਜਾਬ ਸਰਕਾਰ ਕੀ ਪਾਣੀ ਵਾਲੀ ਬੱਸ ਨੂੰ ਅੱਗੇ ਚਲਾਉਣ ਉਹ ਪਾਣੀ ਵਾਲੀ ਬੱਸ ਹੁਣ ਹਾਂ ਨਹੀਂ ਹੈ ਤਾਂ ਉਹ ਟੂਰਿਜ਼ਮ ਡਿਪਾਰਟਮੈਂਟ ਦੀ ਬੱਸ ਹੈ, ਲੇਕਿਨ ਉਹਨੂੰ ਹੌਲੀ ਦੇਣੇ ਅਸੀਂ ਨਹੀਂ ਜੀ ਨਹੀਂ, ਅਸੀਂ ਉਹ ਛੱਡ ਕੇ ਆਵਾਂਗੇ ਬਾਦਲ ਪਿੰਡ ਤਾਂ ਜੋ ਸੁਖਬੀਰ ਬਾਦਲ ਉੱਥੇ ਬੈਠਾ ਹੀ ਤੈਰਦਾ ਰਵੇ ਉਹਦੇ 'ਚ। ਵੱਡਾ ਮਸਲਾ ਜੀ ਸਰ ਤੁਹਾਡੇ ਅਧਿਕਾਰੀ ਤੁਹਾਡੇ ਰਿਟਾਇਰੀ ਕਰਮਚਾਰੀ ਸਾਰੇ ਚਲਾਉਂਦੇ ਸੀ ਆਊਟਸੋਰਸ ਕੰਪਨੀਆਂ ਅੱਗੇ ਲਾਭ ਵਾਸਤੇ, ਉਹਨਾਂ ਨੇ ਪੱਕੇ ਨਹੀਂ ਹੋਣ ਦਿੱਤੇ ਮੁਲਾਜ਼ਮ, ਹੁਣ ਪੱਕੇ ਹੋਣਗੇ ਆਊਟਸੋਰਸਿੰਗ। ਹਾਂ ਅਸੀਂ ਪੱਕੇ ਕਰ ਰਹੇ ਹਾਂ ਜੀ, ਆਊਟਸੋਰਸਸ ਵਾਲਿਆਂ ਨੂੰ ਨਹੀਂ, ਉਮਾ ਦੇਵੀ ਜੱਜਮੈਂਟ ਦੇ ਮੁਤਾਬਕ ਸਭ ਲੋਕਾਂ ਨੇ ਪੱਕੇ ਹੋਣਾ ਹੈ। ਉਮਾ ਦੇਵੀ ਦੀ ਜੱਜਮੈਂਟ ਕਹਿੰਦੀ ਹੈ ਕਿ ਜਿਨ੍ਹਾਂ ਨੂੰ 10 ਸਾਲ ਹੋ ਗਏ ਆ ਉਹਨਾਂ ਨੂੰ ਅਸੀਂ ਕੰਟਰੈਕਟ ਤੋਂ ਪੱਕੇ ਕਰ ਸਕਦੇ। ਸਾਡੇ ਵਿਚਾਰ ਅਧੀਨ ਹੈ ਕਿ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਅਸੀਂ ਕੰਟਰੈਕਟ ਤੇ ਲੈ ਲਈਏ ਜੀ।